ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ, ਗੁਰੂ ਸਵਾਰੀ, ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅਜੋਕੇ ਸਮੇਂ ਨੂੰ ਆਮ ਤੌਰ 'ਤੇ ਅਸੀਂ ਸਾਇੰਸ ਦਾ ਯੁੱਗ ਵੀ ਆਖ ਦਿੰਦੇ ਹਾਂ। ਪਰ ਇਸ ਯੁੱਗ ਦੇ ਵਿੱਚ ਮਨੁੱਖ ਨੇ ਜਿੱਥੇ ਭੌਤਿਕ ਪਦਾਰਥਾਂ ਦੇ ਪ੍ਰਤੀ ਇੰਨੀ ਤਰੱਕੀ ਕੀਤੀ ਆ, ਉੱਥੇ ਅਧਿਆਤਮਕ ਪਰਖ ਦੇ ਅੰਦਰ ਮਨੁੱਖ ਇੰਨਾ ਥੱਲੇ ਡਿੱਗ ਚੁੱਕਾ ਹੈਗਾ ਕਿ ਇਸ ਨੂੰ ਹੁਣ ਆਪਣਾ ਆਪ ਸੰਭਾਲਣਾ ਬੜਾ ਔਖਾ ਹੋ ਰਿਹਾ। ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਅਜੋਕੇ ਜਿਹੜੇ ਮਨੁੱਖ ਹੈਗੇ ਆ, ਉਹਨਾਂ ਦੇ ਅੰਦਰ ਧਰਮ ਪਰਿਵਰਤਨ ਕਰਨ ਦੀ ਬੜੀ ਇੱਕ ਦੌੜ ਲੱਗੀ ਆ। ਚਾਹੇ ਅੱਜ ਦੀ ਦੁਨੀਆ ਦੇ ਵਿੱਚ ਹਰੇਕ ਮਨੁੱਖ ਆਪਣੇ ਆਪ ਨੂੰ ਬਹੁਤ ਪੜ੍ਹਿਆ ਲਿਖਿਆ ਸਮਝਦਾ, ਵਧੀਆ ਸਕੂਲ ਆ, ਟੀਚਰ ਆ, ਉਹ ਵਿੱਦਿਆ ਦੇ ਨਵੇਂ ਤੋਂ ਨਵੇਂ ਜਿਹੜੇ ਵਿਸ਼ੇ ਸਬਜੈਕਟ ਜਿਹੜੇ ਆ ਇਸ ਸੰਸਾਰ ਦੇ ਵਿੱਚ ਸ਼ੁਰੂ ਹੋ ਰਹੇ ਜਾਂ ਚੱਲ ਰਹੇ ਆ। ਪਰ ਫਿਰ ਵੀ ਸਾਨੂੰ ਗੁਰਬਾਣੀ ਨੇ ਆਖਿਆ ਹੈ ਕਿ ਇੰਨੀ ਪੜ੍ਹਾਈ ਦਾ ਮਤਲਬ ਜਿਹੜਾ ਹੈਗਾ ਉਹ ਕੀ ਰਹਿ ਜਾਂਦਾ ਅਗਰ ਇਹ ਮਨੁੱਖ ਜਿਹੜਾ ਆਪਣੇ ਧਰਮ ਤੋਂ, ਆਪਣੇ ਕਿਰਦਾਰ ਤੋਂ ਅਤੇ ਆਪਣੇ ਸਟੈਂਡ ਤੋਂ ਹੇਠਾਂ ਡਿੱਗ ਜਾਵੇ। ਇਸੇ ਕਰਕੇ ਗੁਰਬਾਣੀ ਨੇ ਆਖਿਆ ਕਿ ਪੜ੍ਹਿਆ ਮੂਰਖ ਆਖੀਏ ਜਿਸ ਲੱਭ ਲੋਭ ਹੰਕਾਰਾ। ਸੋ ਇਹੋ ਜਿਹੇ ਲੋਕ ਜਿਹੜੇ ਆ ਫਿਰ ਮੂਰਖਾਂ ਦੇ ਪਲੜੇ ਦੇ ਵਿੱਚ ਹੀ ਚਲੇ ਜਾਂਦੇ ਆ। ਦੇਖੋ, ਅਸਲ ਦੇ ਵਿੱਚ ਕੀ ਆ ਕਿ ਧਰਮ ਨੂੰ ਸਹੀ ਅਰਥਾਂ ਦੇ ਵਿੱਚ ਸਮਝਣ ਦੀ ਲੋੜ ਹੈਗੀ ਆ, ਪਰ ਇਹਦੀ ਜਿਹੜੀ ਸਮਝ ਹੈਗੀ ਆ ਉਹ ਆਮ ਬੰਦਾ ਕਰ ਨਹੀਂ ਸਕਦਾ ਹੈਗਾ। ਕਿਉਂਕਿ ਜਿਹੜੇ ਬੰਦੇ ਆਮ ਤੌਰ ਦੇ ਉੱਤੇ ਲੋਭੀ ਹੁੰਦੇ ਆ, ਅਤੇ ਇਹ ਜਿਹੜੇ ਲੋਭੀ ਬੰਦੇ ਹੁੰਦੇ ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਹੈ। ਧਰਮ ਜਿਹੜਾ ਹੈ ਨਾ ਉਹ ਹਰੇਕ ਕਿਸੇ ਦੀ ਕੁਰਬਾਨੀ ਮੰਗਦਾ ਹੈ, ਪਰ ਅਸੀਂ ਕੁਰਬਾਨੀ ਦੇਣ ਵਾਸਤੇ ਤਿਆਰ ਨਹੀਂ ਹੈਗੇ। ਸਾਨੂੰ ਕੁਛ ਐਸੇ ਕੰਮ ਚਾਹੀਦੇ ਆ ਜਿਹਨਾਂ ਕੰਮਾਂ ਨੂੰ ਅਸੀਂ ਇਹ ਆਖ ਦਿੰਦੇ ਆ ਕਿ ਜਿਹੜੇ ਪਹਿਲਾਂ ਧਰਮ ਦੇ ਰਾਜ ਗੁਰੂ ਹੋਏ ਆ ਜਾਂ ਉਹ ਪੈਗੰਬਰ ਹੋਏ ਆ, ਜਿਨ੍ਹਾਂ ਨੇ ਧਰਮ ਦੀ ਜਿਹੜੀ ਆ ਪਹਿਲਾਂ ਨੀਂਹ ਰੱਖੀ ਸੀ, ਇਹ ਜਿਹੜੇ ਪੈਗੰਬਰ ਹੋਏ ਆ ਇਹ ਹੁਣ ਸਾਡੀ ਗੱਲ ਮੰਨਣ, ਸਾਡੇ ਪਿੱਛੇ ਤੁਰਨ, ਨਾ ਕਿ ਅਸੀਂ ਇਹਨਾਂ ਦੀਆਂ ਸਿੱਖਿਆਵਾਂ ਪਿੱਛੇ ਤੁਰੀਏ। ਭਾਵ ਕੀ ਆ ਕਿ ਕਲਯੁੱਗ ਦੇ ਪ੍ਰਭਾਵ ਦੇ ਕਾਰਨ ਹਰੇਕ ਚੀਜ਼ ਜਿਹੜੀ ਆ ਉਹ ਉਲਟ ਪੁਲਟ ਹੋ ਰਹੀ ਹੈ। ਇਸੇ ਕਰਕੇ ਗੁਰਬਾਣੀ ਨੇ ਆਖਿਆ ਕਿ ਕੱਲ ਆਈ ਕੁੱਤੇ ਮੂੰਹ ਖਾਜ ਹੋਇਆ ਮੁਰਦਾਰ ਗਸਾਈ, ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ। ਹਰੇਕ ਚੀਜ਼ ਜਿਹੜੀ ਹੈ ਨਾ ਉਲਟ ਹੋ ਰਹੀ ਆ। ਪਰ ਇਹਦੇ ਜਿਹੜੇ ਕਈ ਮੁੱਖ ਕਾਰਨ ਹੈਗੇ ਆ ਜਿਸ ਕਰਕੇ ਇਹ ਜਿਹੜਾ ਵਿਸ਼ਾ ਧਰਮ ਪਰਿਵਰਤਨ ਦੀ ਦੌੜ ਦਾ ਬੜਾ ਸੰਵੇਦਨਸ਼ੀਲ ਆ। ਇਸ ਉੱਤੇ ਜਿਹੜੀ ਡੂੰਘੀ ਵਿਚਾਰ ਕਰਨ ਦੀ ਲੋੜ ਹੈਗੀ ਆ। ਦੇਖੋ, ਆਪਾਂ ਅਗਰ ਪਹਿਲਾ ਕਾਰਨ ਦੇਖੀਏ ਦੁਨੀਆ ਦੇ ਅੰਦਰ, ਇਹਦਾ ਕਾਰਨ ਜਿਹੜਾ ਹਨ ਉਹ ਇੱਕ ਹੈ ਕਿ ਬੰਦਾ ਜਿਹੜਾ ਹੈ ਨਾ ਉਸ ਦੇ ਜਿਹੜੇ ਪੇਰੈਂਟਸ ਆ, ਮਾਂ ਬਾਪ ਹੈਗੇ ਆ, ਉਹ ਖਾਸ ਕਰਕੇ ਅਗਿਆਨੀ ਹੁੰਦੇ ਆ। ਉਹਨਾਂ ਨੂੰ ਖਾਸ ਕਰਕੇ ਆਪਣੇ ਬੱਚੇ ਦੇ ਵਿੱਚੋਂ ਕੇਵਲ ਅਤੇ ਕੇਵਲ ਮਾਇਆ ਨਜ਼ਰ ਹੀ ਆਉਂਦੀ ਆ। ਦੁਨੀਆ ਦਾ ਪੈਸਾ ਨਜ਼ਰ ਆਉਂਦਾ ਹੈਗਾ। ਇਨਸਾਨ ਨੂੰ ਇਨਸਾਨ ਬਣਾਉਣਾ ਉਹਨਾਂ ਦੇ ਅੰਦਰ ਫਿਤਰਤ ਦੇ ਵਿੱਚ ਨਹੀਂ ਆਉਂਦਾ, ਕਿਉਂਕਿ ਉਹ ਬੰਦੇ ਨੂੰ ਇੱਕ ਪੈਸੇ ਦੀ ਮਸ਼ੀਨ ਬਣਾਉਣਾ ਚਾਹੁੰਦੇ ਆ। ਅਤੇ ਇਹ ਮਸ਼ੀਨ ਨੂੰ ਬਣਾ ਕੇ ਫਿਰ ਬੰਦਾ ਦੇਖੋ ਕਿਤਨੇ ਸੁਖੀ ਹੋ ਸਕਦਾ ਹੈ, ਕਿਉਂਕਿ ਬੰਦੇ ਦੇ ਵਿੱਚੋਂ ਜਿਹੜੀਆਂ ਧਰਮ ਦੇ ਖਾਸ ਗੁਣ ਆ, ਸਤ, ਸੰਤੋਖ, ਦਇਆ, ਧਰਮ, ਧੀਰਜ, ਇਹ ਤਾਂ ਫਿਰ ਖੰਭ ਅੜਾ ਕੇ ਉੱਡ ਜਾਣਗੇ। ਅਗਰ ਬੰਦਾ ਮਸ਼ੀਨ ਹੀ ਰਹਿ ਗਿਆ ਤਾਂ ਫਿਰ ਪਤਾ ਹੈ ਕਿ ਚਾਹੇ ਮਸ਼ੀਨਰੀ ਯੁੱਗ ਆ, ਪਰ ਮਸ਼ੀਨ ਤਾਂ ਮਸ਼ੀਨ ਹੀ ਹੁੰਦੀ ਆ। ਇੱਕ ਦਿਨ ਮਸ਼ੀਨ ਵੀ ਕੰਮ ਕਰਦੀ ਜਲਦੀ ਥੱਕ ਜਾਂਦੀ ਆ। ਔਰ ਅਜੋਕੇ ਯੁੱਗ ਦੇ ਅੰਦਰ ਇਹ ਗੱਲ ਜਿਹੜੀ ਆ ਖਾਸ ਕਰਕੇ ਮੰਨੀ ਗਈ ਆ ਕਿ ਜਿਨ੍ਹਾਂ ਵਿਅਕਤੀਆਂ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕੀਤੀ, ਬਹੁਤ ਜ਼ਿਆਦਾ ਕੰਮ ਕੀਤਾ, ਉਹਨਾਂ ਦੀ ਜ਼ਿੰਦਗੀ ਬੜੀ ਥੋੜ੍ਹੀ ਹੋਈ, ਕਿਉਂਕਿ ਉਹ ਆਪਣੀ ਮਸ਼ੀਨ ਨੂੰ ਆਰਾਮ ਨਹੀਂ ਦੇ ਸਕੇ। ਇਸ ਕਰਕੇ ਇਸ ਦੇ ਨਾਲ ਜਿਹੜਾ ਸੰਤੋਖ ਵਾ, ਧੀਰਜ ਵਾ, ਇਹ ਬੜਾ ਜ਼ਰੂਰੀ ਆ। ਸੋ ਜਿਹੜਾ ਧਰਮ ਹੈਗਾ ਸਾਨੂੰ ਅੰਦਰੂਨੀ ਗੁਣ ਸਿਖਾਉਂਦਾ ਹੈਗਾ। ਦੇਖੋ, ਦੋ ਤਿੰਨ ਚੀਜ਼ਾਂ ਹੁੰਦੀਆਂ। ਇੱਕ ਚੀਜ਼ ਹੁੰਦੀ ਆ ਪ੍ਰਕਿਰਤੀ, ਅਤੇ ਦੂਸਰੀ ਜਿਹੜੀ ਚੀਜ਼ ਹੁੰਦੀ ਆ ਉਹ ਹੁੰਦੀ ਆ ਅਧਿਆਤਮਕ ਬਿਰਤੀ। ਦੇਖੋ, ਪ੍ਰਕਿਰਤੀ ਦੇ ਅੰਦਰ ਤਿੰਨ ਚੀਜ਼ਾਂ ਆਉਂਦੀਆਂ। ਉਹ ਪਹਿਲੀ ਚੀਜ਼ ਕੀ ਆ? ਠੋਸ, ਦੂਸਰੀ ਤਰਲ, ਔਰ ਜਿਹੜੀ ਤੀਸਰੀ ਚੀਜ਼ ਉਹ ਹੁੰਦੀ ਹੈ ਗੈਸ। ਸੋ ਜਿਹੜੀ ਵਿਗਿਆਨੀ ਆ ਉਹਨਾਂ ਦੀ ਜਿਹੜੀ ਖੋਜ ਆ ਇਹਨਾਂ ਤਿੰਨਾਂ ਚੀਜ਼ਾਂ ਦੇ ਉੱਤੇ ਟਿਕੀ ਹੋਈ ਆ। ਪਰ ਜਿਹੜੀ ਅਧਿਆਤਮਕ ਬਿਰਤੀ ਹੁੰਦੀ ਆ, ਇਹਦੀ ਜਿਹੜੀ ਖੋਜ ਹੈਗੀ ਆ ਉਹ ਕੇਵਲ ਅਤੇ ਕੇਵਲ ਇਹ ਜਿਹੜੀ ਪ੍ਰਕਿਰਤੀ ਨੂੰ ਬਣਾਉਣ ਵਾਲੀ ਸ਼ਕਤੀ, ਜਿਸ ਨੂੰ ਅਸੀਂ ਪਰਮਾਤਮਾ ਆਖਦੇ ਹਾਂ, ਉਸ ਦੀ ਖੋਜ ਵੱਲ ਲੱਗੀ ਹੁੰਦੀ ਆ। ਸੋ ਇਸੇ ਕਰਕੇ ਜਿਹੜੀ ਸਾਇੰਸ ਹੈ ਇਸ ਦੀ ਜਿਹੜੀ ਬਿਰਤੀ ਹੈਗੀ ਉਹ ਬਾਹਰਮੁਖੀ ਆ, ਅਤੇ ਲੇਕਿਨ ਜਿਹੜੀ ਅਧਿਆਤਮਕ ਬਿਰਤੀ ਵਾਲੇ ਮਹਾਂਪੁਰਖ ਹੁੰਦੇ ਆ ਉਹਨਾਂ ਦੀ ਜਿਹੜੀ ਖੋਜ ਹੈ ਉਹ ਅੰਦਰ ਦੀ ਖੋਜ ਹੈ। ਜਿਵੇਂ ਕਹਿ ਲਓ ਕੋਈ ਆਪੇ ਆਪ ਦੀ ਖੋਜ ਹੈ, ਸਾਇੰਸ ਦੀ ਖੋਜ, ਪਦਾਰਥ ਦੀ ਖੋਜ। ਕਿਉਂ? ਅਤੇ ਪਰ ਇੱਥੇ ਜਿਹੜੀ ਆਪੇ ਆਪ ਦੀ ਖੋਜ ਹੈ ਕਿ ਮੈਂ ਕੌਣ ਹਾਂ, ਬਸ ਇਹ ਚੀਜ਼ ਜਿਹੜੀ ਆ ਉਹ ਲੱਭਣ ਦਾ ਯਤਨ ਕੀਤਾ ਜਾਂਦਾ ਹੈ। ਪਰ ਅਸਲ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਧਰਮ ਪਰਿਵਰਤਨ ਕਰਨ ਦੇ ਨਾਲ ਨਹੀਂ ਆਉਂਦੀਆਂ।
ਧਰਮ ਦੀ ਦ੍ਰਿੜਤਾ ਦੇ ਨਾਲ ਆਉਂਦੀਆਂ ਕਿ ਪਹਿਲਾਂ ਤਾਂ ਅਸੀਂ ਧਰਮ ਨੂੰ ਸਮਝੀਏ। ਦੇਖੋ ਅਸਲ ਦੇ ਵਿੱਚ ਕੀ ਆ ਕਿ ਅਗਰ ਵਾਹਿਗੁਰੂ ਨੇ ਇੱਕ ਚੀਜ਼ ਬਣਾਈ ਹੋਵੇ ਤਾਂ ਫਿਰ ਇੱਕ ਚੀਜ਼ ਦੀ ਉਹ ਸੁਗੰਧੀ ਰੌਣਕ ਵਾਲੀ ਚਿੱਤਰਕਾਰੀ ਆ ਉਹ ਫਿਰ ਸਾਨੂੰ ਕਿਤੇ ਨਹੀਂ ਮਿਲੀ। ਫਰਜ਼ ਕਰੋ ਅਗਰ ਇਸ ਸੰਸਾਰ ਦੇ ਵਿੱਚ ਕੇਵਲ ਇੱਕ ਫੁੱਲ ਹੀ ਹੁੰਦਾ, ਫਰਜ਼ ਕਰੋ ਖੂਬਸੂਰਤ ਫੁੱਲ ਗੁਲਾਬ ਦਾ ਹੀ ਹੁੰਦਾ, ਬਾਕੀ ਫੁੱਲ ਨਾ ਹੁੰਦੇ, ਤਾਂ ਇਹ ਸੰਸਾਰ ਦੀ ਸੁੰਦਰਤਾ ਨਹੀਂ ਸੀ ਬਣਨੀ, ਸੰਸਾਰ ਦੇ ਅੰਦਰ ਫੁੱਲਾਂ ਦੇ ਗੁਲਦਸਤੇ ਨਹੀਂ ਸੀ ਬਣਨੇ। ਇੱਕ ਚੀਜ਼ ਤੋਂ ਹਰੇਕ ਦਾ ਮਨ ਜਿਹੜਾ ਹੈ ਨਾ ਉਹ ਭਰ ਜਾਂਦਾ ਹੈਗਾ, ਚਾਹੇ ਇੱਕ ਚੀਜ਼ ਕੋਈ ਵੀ ਹੋਵੇ। ਫਰਜ਼ ਕਰੋ ਅਸੀਂ ਰੋਜ਼ ਦੀ ਰੋਜ਼ ਸਬਜ਼ੀ ਖਾਂਦੇ ਹਾਂ ਤਾਂ ਉਹ ਸਬਜ਼ੀ ਤੋਂ ਵੀ ਸਾਡਾ ਮਨ ਉਚਾਟ ਹੋ ਜਾਂਦਾ, ਅਸੀਂ ਇੱਕ ਨਵੀਂ ਚੀਜ਼ ਭਾਲਦੇ ਹਾਂ। ਇਹ ਇੱਕ ਮਨੁੱਖੀ ਸੁਭਾਅ ਦੇ ਵਿੱਚ ਆ ਜਾਂਦਾ ਹੈਗਾ। ਇਸੇ ਕਰਕੇ ਪਰਮਾਤਮਾ ਨੇ ਜਿੱਥੇ ਇਸ ਧਰਤੀ ਨੂੰ ਸੁਧਾਰਨ ਵਾਸਤੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਆ ਉਹ ਮਹਾਂਪੁਰਖ ਭੇਜੇ ਆ, ਅਤੇ ਇਹਨਾਂ ਮਹਾਂਪੁਰਖਾਂ ਨੇ ਆਪੋ ਆਪਣੇ ਜਿਹੜੇ ਮਤ ਹੈਗੇ ਆਪਣੀ ਸਮਝ ਅਨੁਸਾਰ ਚਲਾਤੇ। ਲੇਕਿਨ ਇਹਨਾਂ ਦੇ ਧਰਮਾਂ ਦੇ ਵਿੱਚੋਂ ਵਾਹਿਗੁਰੂ ਨੇ ਜਿਹੜੇ ਧਰਮਾਂ ਦੇ ਵਿੱਚ ਸਹੀ ਕਾਨੂੰਨ ਸੀ ਉਹਨਾਂ ਦੀ ਜਿਹੜੀ ਆ ਦਿਸ਼ਾ ਨਿਰਦੇਸ਼ ਕੇਵਲ ਉਹਨੂੰ ਪ੍ਰਮਾਣਤਾ ਦਿੱਤੀ ਆ, ਬਾਕੀਆਂ ਨੂੰ ਪ੍ਰਮਾਣਤਾ ਨਹੀਂ ਦਿੱਤੀ ਆ। ਇਸ ਕਰਕੇ ਕਿਉਂਕਿ ਕੋਈ ਵੀ ਧਰਮ ਜਿਹੜਾ ਹੈਗਾ ਉਹ ਆਪਣੇ ਆਪ ਦੇ ਵਿੱਚ ਪੂਰਾ ਨਹੀਂ ਉਤਰ ਸਕਿਆ, ਇਸੇ ਕਰਕੇ ਅਕਾਲ ਪੁਰਖ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਰੂਪ ਦੇ ਵਿੱਚ ਇਸ ਸੰਸਾਰ ਦੇ ਵਿੱਚ ਆ ਕੇ ਦੁਨੀਆ ਦੇ ਜਿੰਨੇ ਸਾਰੇ ਧਰਮ ਸੀਗੇ ਉਹਨਾਂ ਸਾਰਿਆਂ ਦਾ ਸਤਿਕਾਰ ਕੀਤਾ, ਪਰ ਉਹਨਾਂ ਵਿੱਚ ਜਿਹੜੀਆਂ ਆਈਆਂ ਖਾਮੀਆਂ ਸੀ ਉਹਨਾਂ ਨੂੰ ਦਰੁਸਤ ਕਰਨ ਲਈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਗੋਸ਼ਟੀਆਂ ਕੀਤੀਆਂ ਸੀਗੀਆਂ। ਉਹਨਾਂ ਧਰਮ ਦੇ ਪੈਰੋਕਾਰ ਨੂੰ ਜਿਹੜੇ ਧਰਮ ਦੇ ਆਪਣੇ ਆਪ ਨੂੰ ਪ੍ਰਮੁੱਖ ਗੁਰੂ ਜਾਂ ਸੰਤ ਸਮਝਦੇ ਸੀ, ਜਿਹਦੇ ਵਿੱਚ ਯੋਗੀ ਮਹਾਤਮਾ ਜਾਂ ਹੋਰ ਮਤਾਂਤਰਾਂ ਦੇ ਜਿਹੜੇ ਸੀਗੇ ਉਹਨਾਂ ਟਾਈਮਾਂ ਦੇ ਵਿੱਚ ਸਾਧੂ ਸੰਤ ਹੋਏ ਆ। ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ 4 ਉਦਾਸੀਆਂ ਲਈਆਂ, 4 ਉਦਾਸੀਆਂ ਦੇ ਵਿੱਚ ਫਿਰ ਇਹ ਸਾਰੀ ਜਿਹੜੀ ਤੁਸੀਂ ਵਿਚਾਰ ਗੋਸ਼ਟੀ ਕੀਤੀ ਔਰ ਇਹ ਜਿਹੜਾ ਸੁਨੇਹਾ ਮਨੁੱਖਤਾ ਨੂੰ ਦਿੱਤਾ ਹੈ ਕਿ ਅੱਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੋ ਮੰਦੇ, ਮਾਨਸ ਕੀ ਜਤ ਸਭ ਇੱਕ ਪਹਿਚਾਨ। ਉਹ ਸਾਰਾ ਕੁਛ ਦੱਸਿਆ। ਦੱਸਣ ਤੋਂ ਬਾਅਦ ਇਹ ਵੀ ਦੱਸਿਆ ਹੈਗਾ ਕਿ ਅਸਲ ਦੇ ਵਿੱਚ ਜਿਹੜਾ ਧਰਮ ਹੈਗਾ ਉਹ ਉਹਦਾ ਹੀ ਵਧੀਆ ਹੈ। ਸਰਬ ਧਰਮੇ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਕਿ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਅਤੇ ਸ਼ੁਭ ਕਰਮ ਕਰਦੇ ਅਸਲ ਦੇ ਵਿੱਚ ਉਹਨਾਂ ਦਾ ਧਰਮ ਸ੍ਰੇਸ਼ਟ ਹੈਗਾ। ਹੁਣ ਜਿਹੜੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ, ਸ਼ੁਭ ਕਰਮ ਨਹੀਂ ਕਰਦੇ, ਉਹ ਤਾਂ ਧਰਮ ਜਿਹੜੇ ਆ ਇਸ ਤਰ੍ਹਾਂ ਬਦਲਦੇ ਆ ਜਿਵੇਂ ਜਿਹੜੀ ਗਿਰਗਟ ਰੰਗ ਬਦਲਦੀ ਆ, ਜਿਵੇਂ ਕਹਿ ਲਓ ਕਿ ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ। ਸੋ ਇਹੋ ਜਿਹੜੇ ਧਰਮ ਪਰਿਵਰਤਨ ਵਾਲੇ ਲੋਕੀ ਆ ਉਹਨਾਂ ਦੇ ਅੰਦਰ ਜਿਹੜੇ ਧਰਮ ਪਰਿਵਰਤਨ ਦੇ ਉਹ ਕਈ ਕਾਰਨ ਦੂਸਰੇ ਵੀ ਹੁੰਦੇ ਆ। ਜਿਵੇਂ ਦੇਖੋ ਜਿਹੜਾ ਪਹਿਲਾ ਕਰਮ ਹੈ ਉਹ ਹੈ ਉਹਨਾਂ ਦੀ ਮਾਤਾ ਪਿਤਾ ਦੀ ਦੇਣ। ਅਸਲ ਦੇ ਵਿੱਚ ਸਾਨੂੰ ਗੁਰਬਾਣੀ ਨੇ ਮਾਤਾ ਪਿਤਾ ਨੂੰ ਪ੍ਰਕਾਸ਼ ਰੂਪ ਦੱਸਿਆ, ਗੁਰੂ ਰੂਪ ਦੱਸਿਆ। ਗੁਰਬਾਣੀ ਦੱਸਿਆ ਕਿ ਗੁਰਦੇਵ ਮਾਤਾ ਗੁਰਦੇਵ ਪਿਤਾ, ਕਿ ਗੁਰਦੇਵ ਮਾਤਾ ਹੈਗੀ, ਸਭ ਤੋਂ ਮਾਤਾ ਗੁਰਦੇਵ ਹੈਗੀ। ਗੁਰਦੇਵ ਦਾ ਮਤਲਬ ਹੈ ਗਿਆਨਵਾਨ। ਹੁਣ ਜਿਹੜੇ ਮਾਤਾ ਪਿਤਾ ਗਿਆਨਵਾਨ ਹੈਗੇ ਆ ਉਹਨਾਂ ਨੂੰ ਪਤਾ ਹੈਗਾ ਕਿ ਜਿਵੇਂ ਪਰਮਾਤਮਾ ਹੈਗਾ, ਪਰਮਾਤਮਾ ਨੇ ਜਿਸ ਜੀਵ ਦੀ ਵੀ ਡਿਊਟੀ ਜਿੱਥੇ ਲਾਈ ਆ ਉਸ ਡਿਊਟੀ ਦੇ ਵਿੱਚ ਜਿਹੜੇ ਜੀਵ ਆਪਣੀ ਡਿਊਟੀ ਨੂੰ ਪੂਰਾ ਕਰਦੇ ਆ ਉਹਨਾਂ ਨੂੰ ਪੁਰਸਕਾਰ ਦਿੱਤੇ ਜਾਂਦੇ। ਦੇਖੋ ਜਿਵੇਂ ਫੌਜ ਦੀ ਡਿਊਟੀ ਹੈ ਕਿ ਉਹ ਆਪਣੇ ਬਾਰਡਰ ਦੇ ਉੱਤੇ ਆਪਣੀ ਸੀਮਾ ਦੀ ਰਾਖੀ ਕਰੇ, ਲੇਕਿਨ ਜਿਹੜੀ ਪੁਲਿਸ ਦੀ ਡਿਊਟੀ ਆ ਉਹਦਾ ਮਤਲਬ ਹੈ ਕਿ ਸਿਵਲ ਦੇ ਅੰਦਰ ਲੈ ਕੇ ਜਿੰਨੇ ਵੀ ਜਿਹੜੇ ਸਿਵਲ ਦੇ ਲੋਕੀ ਹੈਗੇ ਆ ਉਹਨਾਂ ਦੀ ਜਾਨ ਮਾਲ ਦੀ ਰਾਖੀ ਕਰਨੀ, ਉਹਨਾਂ ਦੇ ਝਗੜਿਆਂ ਦਾ ਨਿਪਟਾਰਾ ਕਰਨਾ। ਇਸ ਕਰਕੇ ਹਰੇਕ ਸ਼ਖਸ ਦੀ ਆਪੋ ਆਪਣੀ ਡਿਊਟੀ ਹੁੰਦੀ ਆ। ਇਸੇ ਕਰਕੇ ਉਸ ਪਰਮੇਸ਼ਰ ਨੇ ਇਹ ਜਿਹੜੇ ਜੀਵ ਸੰਸਾਰ ਦੇ ਵਿੱਚ ਭੇਜੇ ਆ, ਕਿਸੇ ਨੂੰ ਕਿਸੇ ਧਰਮ ਦੇ ਵਿੱਚ ਭੇਜਿਆ, ਕਿਸੇ ਨੂੰ ਕਿਸੇ ਧਰਮ ਦੇ ਵਿੱਚ ਭੇਜਿਆ ਹੈ। ਜਿਸ ਧਰਮ ਦੇ ਵਿੱਚ ਜੀਵ ਨੂੰ ਭੇਜਿਆ ਹੈਗਾ ਉਸ ਨੂੰ ਇਹ ਦੱਸਿਆ ਹੈ ਕਿ ਤੂੰ ਇਸ ਧਰਮ ਦੇ ਵਿੱਚ ਰਹਿ ਕੇ ਇਸ ਧਰਮ ਦੀਆਂ ਜਿਹੜੀਆਂ ਕਮੀਆਂ ਹੈਗੀਆਂ ਉਹ ਦੂਰ ਕਰਨੀਆਂ ਹੈ। ਉਹ ਦੂਰ ਤਾਂ ਤੂੰ ਕਰ ਸਕਦਾ ਹੈਗਾ ਅਗਰ ਤੂੰ ਉਹ ਜਿਹੜੀਆਂ ਕਮੀਆਂ ਹੈ ਆਪਣੇ ਵਿੱਚੋਂ ਗਾਇਬ ਕਰ ਦੇਵੇਂ, ਆਪਣੇ ਆਪ ਨੂੰ ਇੰਨਾ ਵਧੀਆ ਸੰਸਾਰ ਦੇ ਵਿੱਚ ਘੋਸ਼ਿਤ ਕਰ ਕਿ ਸਾਰੇ ਲੋਕੀ ਜਿਹੜੇ ਉਹ ਦੇਖਣ ਕਿ ਵਾਕਿਆ ਹੀ ਇਹ ਜਿਹੜਾ ਆਦਮੀ ਹੈਗਾ ਇਹ ਬਹੁਤ ਸੱਚਾ ਅਤੇ ਸੁੱਚਾ ਆਦਮੀ ਹੈ, ਅਤੇ ਇਹਦਾ ਗੁਰੂ ਕਿੰਨਾ ਸੱਚਾ ਸੁੱਚਾ ਹੋਊਗਾ ਜਿਸ ਧਰਮ ਨੂੰ ਇਹ ਫੋਲੋ ਕਰਦਾ ਹੈਗਾ। ਇਸੇ ਕਰਕੇ ਸਾਨੂੰ ਗੁਰਬਾਣੀ ਨੇ ਆਖਿਆ ਕਿ ਆਪ ਸਵਾਰੇ ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋ ਰਹਿ ਸਭ ਜਗ ਤੇਰਾ ਹੋਏ। ਅਸਲ ਦੇ ਵਿੱਚ ਕੀ ਆ ਕਿ ਸਾਨੂੰ ਆਪ ਸਵਾਰਨਾ ਸੀਗਾ ਪਹਿਲਾਂ, ਪਰ ਅਸੀਂ ਆਪਣੇ ਆਪ ਨੂੰ ਸਵਾਰਨ ਦੀ ਬਜਾਏ ਧਰਮਾਂ ਦੇ ਵਿੱਚ ਕਮੀਆਂ ਕੱਢਣ ਲੱਗ ਪਏ, ਜਿਸ ਕਰਕੇ ਧਰਮ ਪਰਿਵਰਤਨ ਦੀ ਜਿਹੜੀ ਦੌੜ ਹੈਗੀ ਆ ਉਹ ਆਮ ਸਧਾਰਨ ਪ੍ਰਾਣੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ। ਦੂਸਰਾ ਕੀ ਹੈ? ਦੂਸਰਾ ਕਾਰਨ ਹੁੰਦਾ ਹੈ ਆਰਥਿਕ ਤੰਗੀ। ਦੇਖੋ ਆਮ ਕਰਕੇ ਅਸੀਂ ਦੇਖਦੇ ਹਾਂ ਕਿ ਧਰਮ ਦੀ ਦੁਨੀਆ ਦੇ ਅੰਦਰ ਜਿਹੜੇ ਧਰਮ ਨੂੰ ਚਲਾਉਣ ਵਾਲੀਆਂ ਕਮੇਟੀਆਂ ਦੇ ਮੁੱਖ ਬਸ਼ਿੰਦੇ ਹੁੰਦੇ ਆ ਉਹਨਾਂ ਦੀ ਜਿਹੜੀ ਨਜ਼ਰ ਹੁੰਦੀ ਹੈ ਨਾ ਉਹ ਦੁਨਿਆਵੀ ਹੁੰਦੀ, ਅਤੇ ਦੁਨਿਆਵੀ ਨਜ਼ਰ ਦੇ ਵਿੱਚ ਉਹ ਆਦਮੀ ਜਿਹੜੇ ਆ ਉਹ ਪਹਿਲੀ ਕਤਾਰ 'ਤੇ ਗਿਣੇ ਜਾਂਦੇ ਆ ਜਿਹੜੇ ਆ ਮਾਇਆਧਾਰੀ ਹੁੰਦੇ ਆ।
ਫਰਜ਼ ਕਰੋ ਕਿਸੇ ਨੇ ਕਿਸੇ ਧਾਰਮਿਕ ਸਥਾਨ ਦੇ ਉੱਤੇ ਜਾ ਕੇ ਵੱਡਾ ਦਾਨ ਕੀਤਾ ਤੇ ਫਿਰ ਕਮੇਟੀ ਵਾਲੇ ਉਸ ਨੂੰ ਸਤਿਕਾਰ ਜਿਹੜਾ ਹੈਗਾ ਉਹ ਦੇ ਕੇ ਐਡਾ ਉੱਚਾ ਨਿਵਾਜ ਦਿੰਦੇ ਆ ਕਿ ਖਾਸ ਕਰਕੇ ਜਿਹੜਾ ਗਰੀਬ ਆਦਮੀ ਉਹ ਜਿਹੜਾ ਆਪਣੀ ਹਿੰਮਤ ਦੇ ਅਨੁਸਾਰ ਉੱਤੇ ਭੇਟਾ ਕਰਦਾ ਹੈਗਾ ਉਸ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈਗਾ। ਆਮ ਕਰਕੇ ਅਸੀਂ ਦੇਖਦੇ ਹਾਂ ਕਿ ਜਿਹਨੇ ਕਿਤੇ ਵੱਡਾ ਦਾਨ ਕੀਤਾ ਉਸ ਨੂੰ ਖਾਸ ਕਰਕੇ ਕਿਸੇ ਖਾਸ ਸਮਾਗਮਾਂ ਦੇ ਵਿੱਚ ਵਧੀਆ ਢੰਗ ਦੇ ਨਾਲ ਜਿਹੜਾ ਹੈ ਉਹ ਸਤਿਕਾਰ ਦਿੱਤਾ ਜਾਂਦਾ ਹੈਗਾ। ਪਰ ਜਿਹੜਾ ਆਰਥਿਕ ਤੰਗੀ, ਪੈਸੇ ਦੀ ਤੰਗੀ ਦੇ ਵਿੱਚ ਇੱਕ ਗਰੀਬ ਸੇਵਕ ਹੈਗਾ ਜਿਹੜਾ ਸੇਵਾ ਕਰਦਾ ਦਿਨ ਰਾਤ ਧਾਰਮਿਕ ਸਥਾਨਾਂ ਦੇ ਅੰਦਰ, ਜਿਹਦੇ ਵਿੱਚ ਉਹ ਬਰਤਨਾਂ ਦੀ ਸਫਾਈ, ਝਾੜੂ ਜਾਂ ਆਦਿਕ ਜਿਹੜੀ ਸੇਵਾ ਦਿਨ ਰਾਤ ਕਰਦਾ ਹੈਗਾ, ਬਸ ਕੇਵਲ ਉਹਨੂੰ ਜਿਹੜਾ ਹੈ ਇਹੀ ਸਿੱਖਿਆ ਦਿੱਤੀ ਜਾਂਦੀ ਹੈ ਕਿ ਬਸ ਤੈਨੂੰ ਸੇਵਾ ਦੇ ਵਿੱਚੋਂ ਮੇਵਾ ਮਿਲੂਗਾ। ਅਸਲ ਦੇ ਵਿੱਚ ਉਹ ਮੇਵਾ ਜਿਹੜੇ ਉਹ ਪੈਸੇ ਵਾਲੇ ਲੈ ਜਾਂਦੇ ਆ ਅਤੇ ਜਿਹੜੇ ਸੇਵਾਦਾਰ ਹੈਗੇ ਉਹਨਾਂ ਨੂੰ ਫਿਰ ਕੋਈ ਪੁੱਛਦਾ ਨਹੀਂ। ਇਸ ਕਰਕੇ ਜਿਹੜਾ ਦੂਸਰਾ ਕਾਰਨ ਧਾਰਮਿਕ ਬਦਲਣ ਦਾ ਉਹ ਹੁੰਦਾ ਹੈ ਕਿ ਜਿਹੜੀ ਆਰਥਿਕ ਤੰਗੀ ਹੈ ਨਾ, ਆਰਥਿਕ ਤੰਗੀ ਦੇਖਦੀ ਹੈ ਕਿ ਜਿਸ ਧਰਮ ਦੇ ਵਿੱਚ ਥੋੜ੍ਹੀ ਜਿਹੜੀ ਕਦਰ ਹੈਗੀ ਉਹ ਸੇਵਾਦਾਰਾਂ ਦੀ ਹੁੰਦੀ ਹੈ, ਉਸ ਕਰਕੇ ਜਿਹੜੇ ਗਰੀਬ ਗੁਰ ਵਾਲੇ ਲੋਕ ਹੈਗੇ ਆ ਉਹ ਫਿਰ ਇਸ ਧਰਮ ਦਾ ਤਿਆਗ ਕਰਕੇ ਇਸ ਧਰਮ ਨੂੰ ਛੱਡ ਕੇ ਵੀ ਉਸ ਧਰਮ ਦੇ ਵਿੱਚ ਸ਼ਾਮਲ ਹੋ ਜਾਂਦੇ, ਜਿਹਦੇ ਵਿੱਚ ਉਹਨਾਂ ਦੀ ਫਿਰ ਪੁੱਛਗਿੱਛ ਹੁੰਦੀ ਆ। ਇਹ ਜਿਹੜੀ ਹੈ ਜ਼ਰੂਰੀ ਨੋਟ ਕਰਨ ਵਾਲੀ ਗੱਲ ਹੈ। ਤੀਸਰਾ ਕੀ ਹੁੰਦਾ ਕਿ ਸੁੱਖ ਸਹੂਲਤਾਂ। ਖਾਸ ਕਰਕੇ ਅਸੀਂ ਦੇਖਦੇ ਹਾਂ ਕਿ ਧਰਮ ਦੇ ਅੰਦਰ ਜਿਹੜੇ ਧਰਮ ਦੇ ਲੋਕੀ ਸੰਗਤ ਨੂੰ ਸੁੱਖ ਸਹੂਲਤਾਂ ਵਧੀਆ ਪ੍ਰਦਾਨ ਕਰਦੇ ਆ, ਉਸ ਧਰਮ ਦੀ ਜਿਹੜੀ ਸੰਗਤ ਹੈਗੀ ਆ ਉਹਨਾਂ ਦੇ ਵਿੱਚ ਫਿਰ ਉਤਸ਼ਾਹ ਜ਼ਿਆਦਾ ਵੱਧ ਜਾਂਦਾ ਹੈਗਾ। ਪਰ ਜਿਹੜੇ ਧਰਮ ਦੇ ਅੰਦਰ ਸੰਗਤ ਦੀ ਸੁੱਖ ਸਹੂਲਤਾਂ ਦਾ ਕੋਈ ਖਾਸ ਧਿਆਨ ਨਹੀਂ ਰੱਖਿਆ ਜਾਂਦਾ ਹੈਗਾ, ਸੋ ਇਹੋ ਜਿਹੜਾ ਧਰਮ ਹੈ ਫਿਰ ਗਿਰਾਵਟ ਵੱਲ ਡਿੱਗ ਜਾਂਦਾ ਹੈ। ਫਰਜ਼ ਕਰੋ ਜਿਵੇਂ ਹੁਣ ਗਰਮੀਆਂ ਦਾ ਸਮਾਂ ਚੱਲ ਰਿਹਾ ਹੈਗਾ, ਗਰਮੀਆਂ ਦੇ ਸਮੇਂ ਦੇ ਵਿੱਚ ਅਗਰ ਜਿਹੜੇ ਪ੍ਰਬੰਧਕ ਹੁੰਦੇ ਧਰਮ ਦੇ ਪ੍ਰਬੰਧਕ, ਫਰਜ਼ ਕਰੋ ਉਹ ਇੱਕ ਛੋਟਾ ਜਿਹਾ ਪੱਖਾ ਲਾ ਦਿੰਦੇ ਆ, ਹੁਣ 50 ਆਦਮੀ ਜਿਹੜੇ ਆ ਉਸ ਪੱਖੇ ਦੀ ਛੱਤ ਦੇ ਥੱਲੇ ਬੈਠੇ ਆ ਔਰ 50 ਦੇ 50 ਜਿਹੜੇ ਉਹਦੇ ਵਿੱਚ ਬੈਠੇ ਜਿਹੜੇ ਆ ਉਹ ਤੜਫ ਰਹੇ ਹੁੰਦੇ ਆ। ਪਰ ਉੱਥੇ ਜਿੱਥੇ ਪੱਖੇ ਤਕਰੀਬਨ 50 ਬੰਦਿਆਂ ਦੇ ਵਾਸਤੇ ਘੱਟੋ ਘੱਟ ਨਹੀਂ ਤਾਂ 5-7 ਪੱਖੇ ਜ਼ਰੂਰ ਚਾਹੀਦੇ ਹੁੰਦੇ, ਪਰ ਉੱਥੇ ਕੇਵਲ ਅਤੇ ਕੇਵਲ ਇੱਕ ਪੱਖਾ ਹੁੰਦਾ ਹੈ ਜਿਹੜਾ ਬਹੁਤ ਪੁਰਾਣਾ ਹੁੰਦਾ। ਪਰ ਦੂਸਰੇ ਪਾਸੇ ਕੀ ਹੁੰਦਾ ਹੈ ਕਿ ਜਿਹੜੇ ਉੱਚੇ ਅਹੁਦੇ 'ਤੇ ਬੈਠੇ ਅਧਿਕਾਰੀ ਆ ਉਹਨਾਂ ਦੇ ਦਫ਼ਤਰ ਦੇ ਵਿੱਚ ਇੱਕ ਛੱਤ ਦਾ ਪੱਖਾ ਵੀ ਲੱਗਾ, AC ਵੀ ਲੱਗਾ ਹੁੰਦਾ, ਕੂਲਰ ਵੀ ਲੱਗਾ ਹੁੰਦਾ ਅਤੇ ਇੱਕ ਕੁਰਸੀ ਵੀ ਡਿੱਠੀ ਹੁੰਦੀ ਆ। ਇੱਕ ਆਦਮੀ ਨੂੰ ਪੂਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ, ਪਰ ਇੱਕ ਪਾਸੇ ਇਸ ਸੰਗਤ ਨੂੰ ਜਿਹੜੀਆਂ ਹਨ ਇਸ ਤਰ੍ਹਾਂ ਦੀਆਂ ਸਹੂਲਤਾਂ ਨਾ ਦੇਣ ਦੇ ਕਾਰਨ ਇਹ ਫਿਰ ਜਿਹੜੇ ਆਮ ਕਰਕੇ ਲੋਕੀ ਹੈਗੇ ਆ ਜਿਸ ਧਰਮ ਦੇ ਵਿੱਚ ਵਧੀਆ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਫਿਰ ਉਸ ਵੱਲ ਨੂੰ ਆਪਣਾ ਮੁੱਖ ਕਰ ਲੈਂਦੇ ਆ। ਚੌਥਾ ਜਿਹੜਾ ਇਹਦਾ ਕਾਰਨ ਹੈਗਾ ਉਹ ਹੁੰਦਾ ਹੈ ਇੱਕ ਸੁਹੱਪਣ ਦਾ ਜਾਲ। ਹੁਣ ਧਰਮ ਦੇ ਪਰਿਵਰਤਨ ਦੇ ਵਿੱਚ ਖਾਸ ਕਰਕੇ ਇੱਕ ਬਹੁਤ ਹੀ ਜਿਹੜਾ ਹੈ ਉਹ ਸੁਹੱਪਣ ਦਾ ਜਾਲ ਇਹ ਬੜਾ ਅੱਜ ਕੱਲ੍ਹ ਕੰਮ ਕਰ ਰਿਹਾ ਹੈ। ਖਾਸ ਕਰਕੇ ਕੀ ਹੁੰਦਾ ਹੈ ਕਿ ਆਪਣੇ ਧਰਮ ਦੀ ਜਿਹੜੀ ਸੰਖਿਆ ਵਧਾਉਣ ਵਾਸਤੇ ਅਸੀਂ ਦੇਖਦੇ ਹਾਂ ਕਿ ਇਸ ਸੁਹੱਪਣ ਦੇ ਜਾਲ ਨੂੰ ਜਿਹੜਾ ਹੈਗਾ ਪੂਰੀ ਤਰ੍ਹਾਂ ਵਿਛਾਇਆ ਜਾਂਦਾ ਔਰ ਖਾਸ ਕਰਕੇ ਇਹ ਜਿਹੜਾ ਸੁਹੱਪਣ ਦਾ ਜਾਲ ਹੈਗਾ ਉਹਨਾਂ ਬੇਟੀਆਂ ਰਾਹੀਂ ਸਿੱਟਿਆ ਜਾਂਦਾ ਹੈਗਾ, ਜਿਨ੍ਹਾਂ ਨੂੰ ਸਿਖਾਇਆ ਜਾਂਦਾ ਕਿ ਅਗਰ ਤੁਸੀਂ ਦੂਸਰੇ ਧਰਮਾਂ ਦੇ ਖਾਸ ਕਰਕੇ ਜਿਹੜੇ ਆਦਮੀ ਅਮੀਰ ਵਾ ਜਿਨ੍ਹਾਂ ਦਾ ਰੁਤਬਾ ਹੈਗਾ ਉਹਨਾਂ ਨੂੰ ਆਪਣੇ ਧਰਮ ਦੇ ਵਿੱਚ ਸ਼ਾਮਲ ਕਰਨ ਵਾਸਤੇ ਤੁਸੀਂ ਬਸ ਉਹਨਾਂ ਨੂੰ ਆਪਣੇ ਸੁਹੱਪਣ ਦੇ ਜਾਲ ਦੇ ਵਿੱਚ ਫਸਾਉਣਾ ਹੈ। ਅਤੇ ਬਹੁਤ ਸਾਰੇ ਜਿਹੜੇ ਵਿਅਕਤੀ ਹੈ ਫਿਰ ਉਹਨਾਂ ਲੜਕੀਆਂ ਦੇ ਸੁਹੱਪਣ ਦੇ ਜਾਲ ਦੇ ਵਿੱਚ ਫਸ ਜਾਂਦੇ ਆ। ਜਾਲ 'ਤੇ ਫਸਣ ਕਰਕੇ ਫਿਰ ਉਹ ਆਪਣਾ ਜਿਹੜਾ ਧਰਮ ਪਰਿਵਰਤਨ ਉਹ ਵੀ ਕਰ ਦਿੰਦੇ ਆ ਅਤੇ ਜਿਸ ਕਰਕੇ ਫਿਰ ਇਹ ਜਿਹੜੀ ਸਾਰੀ ਦਸ਼ਾ ਹੈਗੀ ਧਰਮ ਦੀ ਉਹ ਜਿਹੜੀ ਆ ਫਿਰ ਦੂਸਰੇ ਧਰਮਾਂ ਦੇ ਪ੍ਰਤੀ ਚਲੀ ਜਾਂਦੀ ਹੈਗੀ ਆ। ਸੋ ਅਗਲਾ ਜਿਹੜਾ ਕਾਰਨ ਹੁੰਦਾ ਉਹ ਹੁੰਦਾ ਹੈ ਅਹੁਦਾ। ਫਰਜ਼ ਕਰੋ ਅਗਰ ਅਸੀਂ ਕਿਸੇ ਵੀ ਧਰਮ ਨੂੰ ਮੰਨਦੇ ਹਾਂ ਉੱਥੇ ਜਾਂਦੇ ਹਾਂ, ਪਰ ਹਰੇਕ ਆਦਮੀ ਦੀ ਇੱਕ ਅੰਦਰ ਚਾਹਨਾ ਛੁਪੀ ਹੁੰਦੀ ਕਿ ਉਸ ਧਰਮ ਦੇ ਵਿੱਚ ਉਹਨੂੰ ਕੋਈ ਨਾ ਕੋਈ ਜਾਣੀ ਇੱਕ ਅਹੁਦਾ ਪ੍ਰਦਾਨ ਹੋਵੇ। ਹੁਣ ਉਹ ਅਹੁਦੇ ਦਾ ਮਤਲਬ ਹੁੰਦਾ ਹੈ ਸਤਿਕਾਰ। ਫਰਜ਼ ਕਰੋ ਅਗਰ ਕਿਸੇ ਨੇ ਥੋੜ੍ਹਾ ਜਿਹਾ ਵਧੀਆ ਢੰਗ ਦੇ ਨਾਲ ਮਾਇਆ ਦਾ ਦਾਨ ਕੀਤਾ ਹੁੰਦਾ ਅਤੇ ਉਸ ਨੂੰ ਖਾਸ ਕਰਕੇ ਕਮੇਟੀ ਦਾ ਪ੍ਰਧਾਨ ਬਣਾ ਦਿੰਦੇ ਜਾਂ ਮੈਂਬਰ ਬਣਾ ਦਿੰਦੇ ਆ ਜਾਂ ਕਿਸੇ ਹੋਰ ਪਾਸੇ ਸਕੱਤਰ ਬਣਾ ਦਿੰਦੇ ਆ। ਸੋ ਇਸ ਕਰਕੇ ਉਹਨਾਂ ਨੂੰ ਜਿਹੜੇ ਹੈ ਨਾ ਉਹ ਪੈਸੇ ਦੀ ਤਕੜੀ ਵਿੱਚ ਤੋਲ ਕੇ ਅਹੁਦੇ ਬਖਸ਼ੇ ਜਾਂਦੇ ਆ। ਪਰ ਦੂਸਰੇ ਪਾਸੇ ਕੀ ਹੁੰਦਾ ਹੈ ਕਿ ਜਿਹੜੇ ਗਰੀਬ ਗਰਬੇ ਦੇ ਖਾਸ ਕਰਕੇ ਵਸਿੰਦੇ ਹੁੰਦੇ ਆ ਉਹਨਾਂ ਨੂੰ ਇਹਨਾਂ ਅਹੁਦਿਆਂ ਤੋਂ ਕੋਹਾਂ ਦੂਰ ਰੱਖਿਆ ਜਾਂਦਾ ਹੈਗਾ ਅਤੇ ਉਹਨਾਂ ਨੂੰ ਇੱਥੋਂ ਤੱਕ ਜਿਹੜਾ ਹੈਗਾ ਉਹ ਵੀ ਕਹਿ ਦਿੱਤਾ ਜਾਂਦਾ ਹੈ ਕਿ ਇਹ ਕੰਮ ਜਿਹੜਾ ਕਰਨਾ ਹੈ ਤੁਹਾਡੇ ਵੱਸ ਦਾ ਨਹੀਂ ਹੈ। ਕਿਉਂ? ਇਸ ਨੂੰ ਕੇਵਲ ਅਤੇ ਕੇਵਲ ਮਾਇਆਧਾਰੀ ਜਾਂ ਫਰਮੈਸ਼ੀ ਜਿਨ੍ਹਾਂ ਦੀ ਜਿਹੜੀ ਸਰਕਾਰੀ ਦੁਆਰੇ ਚੱਲਦੀ ਹੈ ਉਹੀ ਕਰ ਸਕਦੇ ਆ, ਦੂਸਰਾ ਆਦਮੀ ਕਰ ਨਹੀਂ ਸਕਦਾ। ਇਸ ਕਰਕੇ ਖਾਸ ਕਰਕੇ ਜਿਹੜੇ ਗਰੀਬ ਆਦਮੀ ਹਨ ਫਿਰ ਇਸ ਧਰਮ ਦੇ ਵਿੱਚੋਂ ਪਲਾਇਨ ਕਰ ਜਾਂਦੇ ਆ। ਸੋ ਅਗਲਾ ਜਿਹੜਾ ਹੁੰਦਾ ਹੈਗਾ ਕਾਰਨ ਉਹ ਹੁੰਦਾ ਹੈ ਡਰ। ਦੇਖੋ ਖਾਸ ਕਰਕੇ ਇੱਕ ਜਿਹੜੀ ਰਾਜਨੀਤਿਕ ਚਾਲ ਵਾ ਉਹ ਰਾਜਨੀਤਿਕ ਚਾਲ ਜਿਹੜੀ ਹੈਗੀ ਉਹ ਅੱਜ ਕੱਲ੍ਹ ਬੜੀ ਕੰਮ ਕਰਦੀ ਹੈ, ਜਿਸ ਨੂੰ ਅਸੀਂ ਸਾਮ ਦਾਮ ਡੰਡ ਭੇਦ ਵਗੈਰਾ ਆਖਦੇ ਹਾਂ।
ਸੋ ਇਹੋ ਜਿਹਾ ਜਿਹੜਾ ਡਰ ਹੈਗਾ ਉਹ ਦੂਸਰੇ ਧਰਮਾਂ ਦੇ ਲੋਕੀ ਜਿਹੜੇ ਹੈਗੇ ਆ ਉਹ ਖਾਸ ਕਰਕੇ ਗਰੀਬ ਗੁਰਬੇ ਨੂੰ ਦੇ ਕੇ ਆਪਣੇ ਧਰਮ ਦੇ ਵਿੱਚ ਸ਼ਾਮਲ ਕਰ ਜਾਂਦੇ ਆ। ਜਿਵੇਂ ਇਤਿਹਾਸਕ ਤੌਰ 'ਤੇ ਅਸੀਂ ਲੈ ਲਈਏ ਕਿ ਅਰੰਗੇ ਨੇ ਆਪਣੀ ਤਲਵਾਰ ਦੇ ਜ਼ੋਰ ਦੇ ਨਾਲ ਬਹੁਤ ਸਾਰਿਆਂ ਨੂੰ ਜਿਹੜਾ ਸੀਗਾ ਉਹਨਾਂ ਸਮਿਆਂ ਦੇ ਵਿੱਚ ਆਪਣੇ ਧਰਮ ਦੇ ਵਿੱਚ ਸ਼ਾਮਲ ਕੀਤਾ ਸੀਗਾ। ਸੋ ਕਹਿਣ ਤੋਂ ਭਾਵ ਇਹ ਆ ਕਿ ਇਹ ਜਿਹੜਾ ਡਰ ਕਿਸੇ ਨੂੰ ਦਿੱਤਾ ਜਾਂਦਾ ਹੈ, ਉਸ ਆਦਮੀ ਨੂੰ ਤੰਗੀ ਦਿੱਤੀ ਜਾਂਦੀ ਹੈ ਅਤੇ ਉਹਦੀਆਂ ਸਾਰੀਆਂ ਸੁੱਖ ਸਹੂਲਤਾਂ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਜਾਂਦੀਆਂ। ਅਖੀਰ ਉਹ ਖਾਸ ਕਰਕੇ ਜਿਹੜਾ ਆਦਮੀ ਆਪਣੇ ਆਪ ਨੂੰ ਫਿਰ ਦੁਨੀਆ ਦੇ ਵਿੱਚ ਨਿਰਾਸਰਾ ਸਮਝਦਾ ਹੈਗਾ, ਉਹ ਫਿਰ ਆਦਮੀ ਜਿਹੜਾ ਹੈਗਾ ਉਹ ਮਜਬੂਰ ਹੋ ਜਾਂਦਾ ਹੈਗਾ ਅਤੇ ਫਿਰ ਉਹ ਮਨ ਦੇ ਵਿੱਚ ਇਹ ਸੋਚ ਲੈਂਦਾ ਹੈ ਕਿ ਚਲੋ ਇਹਦੇ ਨਾਲੋਂ ਅਗਰ ਅਸੀਂ ਦੂਸਰਾ ਧਰਮ ਅਡੋਪਟ ਕਰ ਲਈਏ ਤਾਂ ਫਿਰ ਕਹਿੰਦੇ ਵੀ ਸਾਨੂੰ ਉਸ ਦੂਸਰੇ ਧਰਮ ਦੇ ਵਿੱਚ ਕਮ ਸੇ ਕਮ ਹੋਰ ਨਹੀਂ ਤਾਂ ਫਿਰ ਖਾਣ ਨੂੰ ਰੋਟੀ ਤਾਂ ਜ਼ਰੂਰ ਮਿਲੂਗੀ। ਇਹ ਸੋਚ ਕੇ ਆਦਮੀ ਜਿਹੜੇ ਧਰਮ ਪਰਿਵਰਤਨ ਕਰ ਲੈਂਦੇ ਆ। ਸੋ ਇੱਕ ਅਗਲਾ ਕਾਰਨ ਹੁੰਦਾ ਹੈ ਵਿੱਦਿਆ ਦਾ ਪਸਾਰ। ਖਾਸ ਕਰਕੇ ਅਸੀਂ ਦੇਖਦੇ ਹਾਂ ਕਿ ਜਿਹੜੇ ਧਰਮਾਂ ਦੇ ਅੰਦਰ ਵਿੱਦਿਆ ਜਿਹੜੀ ਆ ਉੱਚੇ ਦਰਜੇ ਦੀ ਦੇਣ ਵਾਸਤੇ ਜਿਹੜੀ ਨਵੀਂ ਜਨਰੇਸ਼ਨ ਹੈ ਉਸ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ, ਜਿਸ ਕਰਕੇ ਖਾਸ ਕਰਕੇ ਜਿਹੜੇ ਲੋਕੀ ਹੈਗੇ ਆ ਇਹ ਵਿੱਦਿਆ ਦੇ ਲਾਲਚ ਵਾਸਤੇ ਉੱਚ ਵਿੱਦਿਆ ਦੀਆਂ ਸਹੂਲਤਾਂ ਪ੍ਰਾਪਤ ਕਰਨ ਵਾਸਤੇ ਦੂਸਰੇ ਧਰਮਾਂ ਨੂੰ ਅਪਣਾ ਲੈਂਦੇ ਆ। ਔਰ ਆਪਾਂ ਇਹ ਵੀ ਦੇਖਦੇ ਹਾਂ ਕਿ ਜਿਹੜੇ ਧਰਮ ਦੇ ਅੰਦਰ ਵਿੱਦਿਆ ਦੀ ਸਹੂਲਤ ਨਹੀਂ ਦਿੱਤੀ ਜਾਂਦੀ ਹੈ, ਖਾਸ ਕਰਕੇ ਆਪਾਂ ਇਹ ਦੇਖਦੇ ਹਾਂ ਕਿ ਜਿਵੇਂ ਅੱਜ ਕੱਲ੍ਹ ਅੰਗਰੇਜ਼ੀ ਸਕੂਲਾਂ ਦਾ ਬੜਾ ਬੋਲਬਾਲਾ ਹੈ ਅਤੇ ਇਹਨਾਂ ਅੰਗਰੇਜ਼ੀ ਮੀਡੀਅਮ ਸਕੂਲਾਂ ਦੇ ਅੰਦਰ ਖਾਸ ਕਰਕੇ ਜਿਹੜੇ ਅਮੀਰਾਂ ਦੇ ਬੱਚੇ ਉਹ ਪੜ੍ਹਦੇ ਜਾਂਦੇ ਆ ਔਰ ਖਾਸ ਕਰਕੇ ਜਿਹੜੇ ਗਰੀਬ ਬੱਚੇ ਉਹ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਲਈ ਮਜਬੂਰ ਹੋ ਜਾਂਦੇ ਆ। ਜਦ ਕਿ ਜਿਹੜੇ ਸਰਕਾਰੀ ਸਕੂਲ ਕਿਸੇ ਟਾਈਮ ਬਣਾਏ ਗਏ ਸੀ ਉਹਨਾਂ ਦੀ ਜਿਹੜੀ ਪੜ੍ਹਾਈ ਸੀ ਨੰਬਰ 1 'ਤੇ ਸੀਗੀ, ਲੇਕਿਨ ਅੱਜ ਸਾਰੇ ਸਮਝਦੇ ਆ ਕਿ ਇਹ ਜਿਹੜੀ ਅੱਜ ਕੱਲ੍ਹ ਵਿੱਦਿਆ ਹੈਗੀ ਆ ਉਹ ਪੜ੍ਹਾਈ ਨਹੀਂ ਰਹਿ ਗਈ, ਵਿੱਦਿਆ ਜਿਹੜੀ ਉਹ ਰੁਜ਼ਗਾਰ ਬਣ ਚੁੱਕੀ ਹੈ, ਕਿੱਤਾ ਬਣ ਚੁੱਕੀ, ਵਪਾਰ ਬਣ ਚੁੱਕੀ ਆ। ਇਸ ਕਰਕੇ ਜਿਹੜੇ ਵਪਾਰੀ ਵਰਗ ਦੇ ਲੋਕੀ ਆ ਉਹ ਆਪਣੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਵਿੱਦਿਆ ਦਾ ਮਿਆਰ ਉੱਚਾ ਕਰਕੇ, ਖਾਸ ਕਰਕੇ ਕਿਉਂਕਿ ਉਹਨਾਂ ਦੀ ਸਰਕਾਰਾਂ ਦੇ ਨਾਲ ਗੰਢ ਟੁੱਪ ਹੁੰਦੀ ਹੈ, ਇਸ ਕਰਕੇ ਨੌਕਰੀ ਦੇਣ ਦੇ ਵਿੱਚ ਸਰਕਾਰਾਂ ਵੀ ਜਾਣੀ ਉਹਨਾਂ ਵਿਦਿਆਰਥੀਆਂ ਨੂੰ ਆਪਣੇ ਕੋਰਸਾਂ ਵਿੱਚ ਆਪਣੀ ਨੌਕਰੀ 'ਚ ਲੈਂਦੀਆਂ ਔਰ ਖਾਸ ਕਰਕੇ ਜਿਹੜੇ ਪ੍ਰਾਈਵੇਟ ਸਕੂਲਾਂ ਖਾਸ ਕਰਕੇ ਇੰਗਲਿਸ਼ ਮੀਡੀਅਮ ਸਕੂਲਾਂ ਦੇ ਵਿੱਚ ਪੜ੍ਹੇ ਹੁੰਦੇ ਆ ਔਰ ਖਾਸ ਕਰਕੇ ਜਿਹੜੀ ਸਰਕਾਰੀ ਸਕੂਲਾਂ ਵਿੱਚ ਪੜ੍ਹੇ ਵਿਦਿਆਰਥੀ ਹੁੰਦੇ ਆ ਉਹ ਅਗਰ ਥੋੜ੍ਹਾ ਪੜ੍ਹ ਵੀ ਜਾਣ ਅਤੇ ਲੇਕਿਨ ਉਹ ਬਿਲਕੁਲ ਲੋਅ ਕਲਾਸ ਦੀ ਨੌਕਰੀ ਜਿਹੜੀ ਉਹਨਾਂ ਨੂੰ ਹਾਸਲ ਹੁੰਦੀ ਆ। ਇਸ ਕਰਕੇ ਇਹ ਸੋਚ ਕੇ ਜਿਹੜੇ ਆਮ ਕਰਕੇ ਗਰੀਬ ਗੁਰਬ ਵਾਲੇ ਆਦਮੀ ਹੁੰਦੇ ਆ ਉਹ ਆਪਣਾ ਧਰਮ ਪਰਿਵਰਤਨ ਕਰ ਲੈਂਦੇ ਆ, ਉਸ ਧਰਮ ਨੂੰ ਚੁਣ ਲੈਂਦੇ ਜਿਹਦੇ ਧਰਮ ਦੇ ਵਿੱਚ ਉਹਨਾਂ ਦੇ ਬੱਚਿਆਂ ਦਾ ਜਿਹੜਾ ਜੀਵਨ ਵਧੀਆ ਬਣ ਸਕੇ ਅਤੇ ਉੱਚੀ ਵਿੱਦਿਆ ਜਿਹੜੀ ਆ ਉਹਨਾਂ ਨੂੰ ਪ੍ਰਾਪਤ ਹੋ ਸਕੇ, ਉਹਨਾਂ ਨੂੰ ਉੱਚੀ ਵਿੱਦਿਆ ਦੇ ਮੌਕੇ ਮਿਲ ਸਕਣ। ਸੋ ਅਗਲਾ ਕਾਰਨ ਜਿਹੜਾ ਹੁੰਦਾ ਹੈ ਧਰਮ ਪਰਿਵਰਤਨ ਦਾ ਉਹ ਹੁੰਦਾ ਹੈ ਭਰੋਸੇ ਨੂੰ ਸੱਟ ਵੱਜ ਜਾਣੀ। ਔਰ ਖ਼ਾਸ ਕਰਕੇ ਅਸੀਂ ਦੇਖਦੇ ਹਾਂ ਕਿ ਕੋਈ ਵੀ ਆਦਮੀ ਜਦ ਕਿਸੇ ਧਰਮ ਦੀ ਓੜ ਦੇ ਅੰਦਰ ਜਦੋਂ ਉਹ ਆਪਣਾ ਭਰੋਸਾ ਜਿਹੜਾ ਹੈਗਾ ਜਮਾਉਂਦਾ ਜਾਂ ਕੋਈ ਆਪਣੀ ਕਾਮਨਾ ਦੀ ਉਹ ਅੰਦਰ ਖਾਸ਼ ਕਰਦਾ ਹੈਗਾ ਅਤੇ ਇਸ ਕਾਮਨਾ ਦੀ ਪੂਰਤੀ ਦੇ ਵਾਸਤੇ ਜਦ ਉਹ ਧਰਮ ਨੂੰ ਆਪਣਾ ਆਸਰਾ ਬਣਾਉਂਦਾ, ਪਰ ਫਿਰ ਵੀ ਅਸੀਂ ਦੇਖਦੇ ਹਾਂ ਕਿ ਕਿਤੇ ਕਿਤੇ ਉਹਦੀ ਕਾਮਨਾ ਪੂਰੀ ਨਹੀਂ ਹੁੰਦੀ, ਕਿਉਂ ਖਾਸ ਕਰਕੇ ਜਿਹੜੇ ਉਸ ਧਰਮ ਦੇ ਪੈਰੋਕਾਰ ਹੁੰਦੇ ਆ ਉਹਨੂੰ ਅਸਲ ਦੇ ਵਿੱਚ ਇਹ ਗਿਆਨ ਦੇਣ ਤੋਂ ਸਮਰੱਥ ਹੋ ਜਾਂਦੇ ਆ ਕਿ ਉਸ ਦੀ ਜਿਹੜੀ ਕਾਮਨਾ ਹੈਗੀ ਆ ਵੀ ਇੰਨੇ ਸਮੇਂ ਦੇ ਵਿੱਚ ਪੂਰੀ ਹੋ ਗਈ, ਉਹਦੀ ਉਹ ਕੋਈ ਗਰੰਟੀ ਨਹੀਂ ਦਿੰਦੇ। ਬਸ ਉਹ ਕੇਵਲ ਅਤੇ ਕੇਵਲ ਆਪਣੀ ਧਰਮ ਦੀ ਫਾਰਮੈਲਿਟੀ ਜਿਹੜੀ ਆ ਉਹ ਸ਼ਖਸ ਦੇ ਅੱਗੇ ਰੱਖ ਦਿੰਦੇ ਆ ਕਿ ਤੂੰ ਇਸ ਤਰ੍ਹਾਂ ਕਰ ਵੀ ਧਰਮ ਦਾ ਕੋਈ ਆਹ ਕੰਮ ਕਰ ਲਾ ਅਤੇ ਤੇਰੀ ਕਾਮਨਾ ਪੂਰੀ ਹੋ ਜਾਊਗੀ। ਪਰ ਜਦੋਂ ਗਰੀਬ ਗੁਰਬ ਵਾਲਾ ਆਦਮੀ ਜਿਹੜਾ ਉਹ ਪੈਸੇ ਕਿਸੇ ਨਾ ਕਿਸੇ ਤਰੀਕੇ ਨਾਲ ਇਕੱਠੇ ਕਰਕੇ ਜਦ ਧਰਮ ਦਾ ਉਹ ਕਰਮ ਕਾਂਡ ਜਾਂ ਕਾਜ ਕਰਦਾ ਹੈਗਾ ਉਸ ਤੋਂ ਬਾਅਦ ਵੀ ਉਹਦੀ ਕਾਮਨਾ ਪੂਰੀ ਨਹੀਂ ਹੁੰਦੀ, ਫਿਰ ਉਹ ਮਨ ਦੇ ਵਿੱਚ ਸੋਚ ਲੈਂਦਾ ਹੈਗਾ ਕਿ ਇੰਨਾ ਖਰਚਾ ਵੀ ਕੀਤਾ ਮੇਰੀ ਕਾਮਨਾ ਪੂਰੀ ਨਹੀਂ ਹੋਈ, ਫਿਰ ਉਹਦਾ ਜਿਹੜਾ ਭਰੋਸਾ ਹੈਗਾ ਉਸ ਧਰਮ ਤੋਂ ਟੁੱਟ ਜਾਂਦਾ ਹੈ। ਅਤੇ ਦੂਸਰੇ ਧਰਮਾਂ ਦੇ ਵਿੱਚ ਖਾਸ ਕਰਕੇ ਜਿਨ੍ਹਾਂ ਦੇ ਵਿੱਚ ਬੜੇ ਚਲਾਕ ਵਿਅਕਤੀ ਹੁੰਦੇ ਆ ਉਹ ਜਿਹੜੇ ਚਲਾਕ ਵਿਅਕਤੀ ਆ ਫਿਰ ਉਹਨੂੰ ਆਪਣਾ ਸਬਜ਼ਬਾਜ਼ ਦਿਖਾ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨੂੰ ਭਰੋਸੇ ਵਿੱਚ ਲੈ ਕੇ ਉਹਦਾ ਧਰਮ ਪਰਿਵਰਤਨ ਕਰਕੇ ਆਪਣੇ ਧਰਮ ਦੀਆਂ ਜਿਹੜੀਆਂ ਵੋਟਾਂ ਹੈਗੀ ਗਿਣਤੀ ਜਿਹੜੀ ਆ ਉਹ ਵਧਾ ਲੈਂਦੇ ਆ। ਸੋ ਅਗਲਾ ਜਿਹੜਾ ਕਾਰਨ ਹੁੰਦਾ ਉਹ ਹੁੰਦਾ ਹੈ ਪਹਿਰਾਵਾ। ਖਾਸ ਕਰਕੇ ਅਸੀਂ ਦੇਖਦੇ ਹਾਂ ਕਿ ਸੰਸਾਰ ਦੇ ਵਿੱਚ ਜਿਹੜੇ ਪਹਿਰਾਵੇ ਆ ਦਿਨੋਂ ਦਿਨ ਬਦਲਦੇ ਰਹਿੰਦੇ ਆ ਔਰ ਖਾਸ ਕਰਕੇ ਸਾਡੇ ਇੰਡੀਆ ਦੇ ਵਿੱਚ ਇਹ ਰਿਵਾਜ ਹੈਗਾ ਕਿ ਜਿਹੜਾ ਪੱਛਮ ਦਾ ਪਹਿਰਾਵਾ ਹੈਗਾ ਉਹ ਜਿਹੜਾ ਹੈਗਾ ਅੱਜ ਹਿੰਦੁਸਤਾਨ ਦੇ ਤਕਰੀਬਨ ਹਰੇਕ ਨਵੀਂ ਜਨਰੇਸ਼ਨ ਨੇ ਬਣਾ ਲਿਆ ਹੈਗਾ, ਤਾਂ ਆਪਣਾ ਜਿਹੜਾ ਉਹਨਾਂ ਦਾ ਅਸਲੀ ਪਹਿਰਾਵਾ ਸੀ ਉਸ ਨੂੰ ਇਹ ਬੱਚੇ ਜਿਹੜੀ ਪੂਰੀ ਤਰ੍ਹਾਂ ਤਿਆਂਜਲੀ ਦੇ ਚੁੱਕੇ ਆ, ਭਾਵ ਇੱਕ ਨਵਾਂ ਪਹਿਰਾਵਾ। ਪਰ ਪੱਛਮ ਦੇ ਲੋਕੀ ਜਿਹੜੇ ਪਹਿਲਾ ਪਹਿਰਾਵਾ ਅੱਜ ਇੰਡੀਆ ਵਾਲੇ ਆਪਣੇ ਆਪ ਨੂੰ ਪਾ ਕੇ ਫਖਰ ਮਹਿਸੂਸ ਕਰਦੇ ਕਿਸੇ ਟਾਈਮ ਪਾਉਂਦੇ ਸੀ, ਪਰ ਅੱਜ ਜਿਹੜੇ ਆ ਉਹ ਜੋ ਧਰਮ ਦਾ ਪਹਿਰਾਵਾ ਉਸ ਨੂੰ ਪਾਉਣ ਦੇ ਵਿੱਚ ਆਪਣੀ ਜਿਹੜੀ ਸਾਦਗੀ ਆ ਸੰਜੀਵਾ ਜੀਵਨ ਹੈਗਾ ਸੱਚ ਧਰਮ ਦਾ ਉਹਦੇ ਵਿੱਚ ਉਹ ਆਪਣੇ ਆਪ ਨੂੰ ਖੁਸ਼ਹਾਲ ਮਹਿਸੂਸ ਕਰਦੇ ਆ, ਆਪਣੇ ਆਪ ਨੂੰ ਚਿੰਤਾ ਤੋਂ ਰਹਿਤ ਮਹਿਸੂਸ ਕਰਦੇ ਆ। ਪਰ ਅਸੀਂ ਪੱਛਮ ਦੇ ਜਿਹੜੇ ਚਮਕ ਦਮਕ ਦੇ ਪਹਿਰਾਵੇ ਇਹਨਾਂ ਨੂੰ ਪਹਿਲ ਕਰਕੇ ਤਾਂ ਆਪਣੇ ਅੰਦਰ ਜਿਹੜੀ ਚਿੰਤਾ ਦੀ ਅਗਨੀ ਹੈਗੀ ਆ ਉਸ ਨੂੰ ਹੋਰ ਵੀ ਵਧਾਉਣ ਵਾਸਤੇ ਉਹ ਜਿਹੜਾ ਕਾਰਜ ਕਰਦੇ ਆ।
ਸੋ ਇਸ ਕਰਕੇ ਜਿਹੜੇ ਧਰਮ ਦੇ ਪਹਿਰਾਵੇ ਅੱਜ ਕੱਲ੍ਹ ਜਿਹੜੇ ਕਿਸੇ ਨਾ ਕਿਸੇ ਵਿਅਕਤੀ ਨੇ ਪੁਰਾਣੇ ਸਮੇਂ ਦੇ ਵਿੱਚ ਸਾਂਭ ਕੇ ਰੱਖੇ ਹੁੰਦੇ ਹੈ, ਔਰ ਖ਼ਾਸ ਕਰਕੇ ਜਿਹੜੀ ਨਵੀਂ ਜਨਰੇਸ਼ਨ ਆ ਜਿਹੜੇ ਪੱਛਮ ਦੇ ਪਹਿਰਾਵੇ ਜਿਹੜੇ ਪਹਿਨਣਾ ਅੱਜ ਕੱਲ੍ਹ ਪਸੰਦ ਕਰਨ ਲੱਗ ਪਈ ਆ। ਸੋ ਧਰਮ ਦੇ ਪਹਿਰਾਵੇ ਪਾਏ ਲੋਕਾਂ ਨੂੰ ਜਿਹੜੀ ਹੈਗੀ ਆ ਉਹ ਆਪਣੀ ਨਜ਼ਰ ਦ੍ਰਿਸ਼ਟੀ ਦੇ ਅੰਦਰ ਜਿਹੜਾ ਹੈਗਾ ਉਹ ਬੜਾ ਘਟੀਆ ਦੇਖਦੀ ਹੈ। ਜਿਵੇਂ ਕਹਿ ਲਓ ਕਿ ਇਹ ਜਿਹੜਾ ਪਹਿਰਾਵਾ ਜੋ ਪਿਛਲਾ ਸੰਤ ਮਹਾਂਪੁਰਖਾਂ ਨੇ ਆਪਣੇ ਸਰੀਰ ਤਨ ਨੂੰ ਢੱਕਣ ਵਾਸਤੇ ਜਿਹੜਾ ਸੀ ਦਿੱਤਾ ਸੀਗਾ ਕਿ ਭਾਈ ਸਾਦਾ ਖਾਵੋ ਸਾਦਾ ਪਹਿਨੋ ਅਤੇ ਆਪਣਾ ਜੀਵਨ ਜਿਹੜਾ ਹੈ ਨਾ ਉਹ ਸਾਦਾ ਜੀਵਨ ਬਸਰ ਕਰੋ। ਪਰ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਅਸੀਂ ਉਸ ਨੂੰ ਸਮਝਾਉਣ ਦੇ ਵਿੱਚ ਅਸਮਰੱਥ ਹੋ ਗਏ ਹਾਂ ਕਿ ਅਸਲ ਦੇ ਵਿੱਚ ਜਿਹੜੀ ਸਾਦਗੀ ਆ ਉਹ ਜੀਵਨ ਹੈਗਾ ਅਤੇ ਬਾਕੀ ਜਿਹੜੀ ਦੁਨੀਆ ਦੀ ਚਮਕਦਮ ਅਸਲ ਦੇ ਵਿੱਚ ਉਹ ਮੌਤ ਹੈਗੀ ਆ। ਇਸ ਨੂੰ ਸਮਝਾਉਣ ਦੇ ਵਿੱਚ ਅੱਜ ਅਸੀਂ ਸਾਰੇ ਜਿਹੜੇ ਆ ਇੱਕ ਦੂਜੇ ਦੇ ਬਲੀ ਭਾਈਵਾਲ ਆ। ਅਸੀਂ ਸਿਰਫ ਚਮਕਦਮ ਦੀ ਝੂਠੀ ਦੁਨੀਆ ਦੇ ਵਿੱਚ ਆਪਣੇ ਆਪ ਦੀ ਜਿਹੜੀ ਹਉਂ ਹੈਗੀ ਮੈਂ ਹੈਗੀ ਉਸ ਨੂੰ ਇੰਨਾ ਵਧਾ ਲਿਆ ਕਿ ਇਹ ਜਿਹੜੀ ਹਉਂ ਮੈਂ ਇੱਕ ਦਿਨ ਇਹ ਪੂਰੀ ਜ਼ਹਿਰ ਬਣ ਕੇ ਜਦ ਸਾਡੇ ਅੰਦਰ ਘੁਲੂਗੀ ਅਤੇ ਜਦ ਸਾਡਾ ਜੀਵਨ ਨਸ਼ਟ ਕਰ ਦੂਗੀ। ਇਹ ਜਿਹੜਾ ਮਨੁੱਖ ਅਨਮੋਲਕ ਜਨਮ 84 ਲੱਖ ਜੂਨਾਂ ਤੋਂ ਬਾਅਦ ਮਿਲਿਆ ਹੈਗਾ, ਸੋ ਇਸ ਦੀਆਂ ਜਿਹੜੀਆਂ ਜੜ੍ਹਾਂ ਹੈਗੀ ਇਸ ਨੂੰ ਖੋਖਲਾ ਕਰ ਦੇਵੇਗੀ ਅਤੇ ਉਸ ਟਾਈਮ ਜਾਂ ਜਿਹੜੀ ਮੌਤ ਸਾਨੂੰ ਆਪਣੇ ਸ਼ਿਕੰਜੇ ਵਿੱਚ ਲੈ ਲੂਗੀ ਫਿਰ ਸਾਨੂੰ ਅਸਲ ਦੇ ਵਿੱਚ ਸਮਝ ਉਦੋਂ ਹੀ ਆਊਗੀ ਕਿ ਮੈਂ ਆਇਆ ਕਿਹੜੇ ਕੰਮ ਸੀ ਅਤੇ ਕੀ ਕਰ ਬੈਠਾ ਹੈਗਾ। ਪਰ ਇਹ ਸਮਾਂ ਕਿਉਂਕਿ ਲੰਘ ਚੁੱਕਾ ਹੁੰਦਾ ਹੈ, ਇਸੇ ਕਰਕੇ ਸਾਨੂੰ ਜਿਹੜਾ ਗੁਰਬਾਣੀ ਨੇ ਇਹ ਆਖਿਆ ਹੈਗਾ ਕਿ ਕਬੀਰ ਮਾਨਸ ਜਨਮ ਦੁਰਲਭ ਹੈ ਹੋਏ ਨਾ ਬਾਰਿੰਗਬਾਰ ਜੋ ਬਣ ਫਲ ਪਾਕੇ ਭੋਏ ਗਿਰੇ ਬੋਰ ਨਾ ਲਾਗੇ ਡਾਰ। ਫਿਰ ਮਨੁੱਖਾ ਜਨਮ ਜਿਹੜਾ ਹੈਗਾ ਫਿਰ ਸਾਨੂੰ ਕਈ ਯੁੱਗਾਂ ਤੱਕ ਜਿਹੜਾ ਪ੍ਰਾਪਤ ਨਹੀਂ ਹੋ ਸਕਦਾ, ਜਿਵੇਂ ਕਹਿ ਲਓ ਸਾਡੀ ਕਲਪਨਾ ਤੋਂ ਵੀ ਪਰੇ ਹੋ ਜਾਂਦਾ ਹੈਗਾ। ਸੋ ਅਗਲਾ ਜਿਹੜਾ ਕਾਰਨ ਹੁੰਦਾ ਇੱਕ ਹੁੰਦੀ ਹੈ ਬੰਦਸ਼ ਧਰਮ ਦੀ। ਹੁਣ ਜਿਹੜੀ ਬੰਦਸ਼ ਹੈਗੀ ਆ, ਬੰਦਸ਼ ਇੱਕ ਐਸੀ ਚੀਜ਼ ਹੈ ਜਿਸ ਨੂੰ ਅਸੀਂ ਸਮਝ ਨਹੀਂ ਸਕਦੇ। ਅਸਲ ਦੇ ਵਿੱਚ ਕੀ ਹੁੰਦਾ ਹੈ ਕਿ ਜਿਸ ਧਰਮ ਦੇ ਵਿੱਚ ਬੰਦਸ਼, ਜਿਸ ਨੂੰ ਧਰਮ ਦੇ ਵਿੱਚ ਮਰਜ਼ਾਦਾ ਆਖਦੇ ਆ, ਅਸੀਂ ਉਸ ਨੂੰ ਸਮਝੇ ਨਹੀਂ ਆ। ਜਿਹੜੇ ਵਿਅਕਤੀ ਜਿਹੜੇ ਮਰਜ਼ਾਦਾ ਨੂੰ ਸਮਝ ਜਾਂਦੇ ਆ ਉਹਨਾਂ ਨੂੰ ਇਹ ਜਿਹੜੀ ਬੰਦਸ਼ ਆਮ ਕਰਕੇ ਸੰਸਾਰੀ ਨਜ਼ਰੀਏ ਦੇ ਵਿੱਚ ਹੁੰਦੀ ਆ। ਅਸਲ ਦੇ ਵਿੱਚ ਕੀ ਹੁੰਦੀ ਆ ਕਿ ਉਹਨਾਂ ਨੂੰ ਇਹ ਜਿਹੜੀ ਬੰਦਸ਼ ਮਰਜ਼ਾਦਾ ਹੈਗੀ ਉਹ ਪਿਆਰੀ ਲੱਗਣ ਲੱਗ ਪੈਂਦੀ ਹੈ। ਦੇਖੋ ਇੱਕ ਤੋਤਾ ਜਿਹੜਾ ਪਿੰਜਰੇ ਦੇ ਵਿੱਚ ਕੈਦ ਹੈਗਾ, ਅਸਲ ਦੇ ਵਿੱਚ ਉਹ ਤੋਤਾ ਸਮਝੇ ਕਿ ਮੈਂ ਪਿੰਜਰੇ 'ਚ ਕੈਦ ਹੈਗਾ, ਮੈਂ ਆਕਾਸ਼ 'ਚ ਉੱਡਣਾ ਚਾਹੁੰਦਾ ਹੈਗਾ ਲੇਕਿਨ ਮੈਂ ਪਿੰਜਰੇ 'ਚ ਕੈਦ ਹਾਂ। ਪਰ ਪਿੰਜਰੇ ਦੀ ਕੈਦ ਜਿਹੜੀ ਹੈ ਉਸ ਤੋਤੇ ਦੀ ਰਖਵਾਲੀ ਕਰਦੀ ਆ, ਉਸ ਦੀ ਜਿਹੜੀ ਪਹਿਰੇਦਾਰੀ ਕਰਦੀ ਹੈ। ਅਤੇ ਦੂਸਰਾ ਕੀ ਹੁੰਦਾ ਹੈਗਾ ਕਿ ਉਸ ਤੋਤੇ ਨੂੰ ਬਾਹਰ ਜਿੱਥੇ ਆਪਣੇ ਪੇਟ ਭਰਨ ਵਾਸਤੇ ਥਾਂ ਥਾਂ 'ਤੇ ਜਾ ਕੇ ਚੁੰਝਾਂ ਮਾਰਨੀਆਂ ਪੈਂਦੀਆਂ, ਉਹਨੂੰ ਚੁੰਝਾਂ ਮਾਰਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਉਹਦਾ ਮਾਲਕ ਜਿਹੜਾ ਹੈਗਾ ਉਸ ਤੋਤੇ ਨੂੰ ਉਸ ਪਿੰਜਰੇ ਦੇ ਵਿੱਚ ਹੀ ਸਾਰਾ ਕੁਛ ਖਾਣ ਨੂੰ ਦਿੰਦਾ ਹੈਗਾ। ਅਤੇ ਇੱਥੋਂ ਤੱਕ ਉਸ ਤੋਤੇ ਨੂੰ ਜੋ ਪੜ੍ਹਾਇਆ ਜਾਂਦਾ ਹੈਗਾ ਅਤੇ ਜਦੋਂ ਤੋਤਾ ਬੋਲਦਾ ਹੈ ਅਤੇ ਉਸ ਤੋਤੇ ਜਿਹੜੀ ਸਿਫਤ ਹੈਗੀ ਆ ਫਿਰ ਘਰ ਘਰ ਹੁੰਦੀ ਆ। ਪਰ ਜਿਹੜਾ ਆਕਾਸ਼ ਦੇ ਵਿੱਚ ਉੱਡਦਾ ਤੋਤਾ ਹੈਗਾ ਉਸ ਨੂੰ ਕੋਈ ਪੁੱਛਦਾ ਨਹੀਂ। ਪਰ ਜਦ ਸਮਾਂ ਪਾ ਕੇ ਉਹੀ ਤੋਤਾ ਜਿਹੜਾ ਆਪਣੇ ਲੋਭ ਦੀ ਜਿਹੜੀ ਚੁੰਝ ਹੈਗੀ ਆ ਉਹ ਜਦ ਕਿਸੇ ਸਿੰਬਲ ਵਰਗੇ ਜਿਹੜੇ ਫਲਾਂ ਦੇ ਵਿੱਚ ਜਦ ਆਪਣੀ ਚੁੰਝ ਪਾਉਂਦਾ ਹੈਗਾ ਅਤੇ ਉਸ ਫਲਾਂ ਦੀ ਚੁੰਝ ਦੇ ਵਿੱਚ ਉਹਦੀ ਚੁੰਝ ਜਿਹੜਾ ਫਸ ਜਾਂਦੀ, ਨਿਕਲਦੀ ਨਹੀਂ, ਅਤੇ ਉੱਥੇ ਹੀ ਲੱਟ ਕੇ ਉਹ ਜਿਹੜੇ ਤੋਤੇ ਉਹ ਮਰ ਜਾਂਦੇ ਆ। ਇਸ ਕਰਕੇ ਅਸੀਂ ਇਹ ਚੀਜ਼ ਸਮਝਦੇ ਨਹੀਂ, ਅਸੀਂ ਇਸ ਨੂੰ ਬੰਦਸ਼ ਸਮਝਦੇ ਹਾਂ। ਅਸਲ ਦੇ ਵਿੱਚ ਕੀ ਹੈਗਾ ਕਿ ਜਿਵੇਂ ਇੱਕ ਸੁਹਾਗਣ ਹੈਗੀ ਆ, ਜਿਹੜੀ ਸੁਹਾਗਣ ਪਤੀ ਵਰਤਾ ਔਰਤ ਹੁੰਦੀ ਆ, ਉਹ ਆਪਣੇ ਪਤੀ ਦੇ ਮਿਲਾਪ ਦੇ ਸਮੇਂ ਪਤੀ ਦੇ ਜਿਹੜਾ ਸਰੀਰ ਦਾ ਭਾਰ ਹੁੰਦਾ ਹੈਗਾ ਉਸ ਭਾਰ ਨੂੰ ਪਤੀ ਦਾ ਆਪਣੇ ਉੱਤੇ ਭਾਰ ਨਹੀਂ ਮੰਨਦੀ। ਉਹ ਆਪਣੇ ਪਤੀ ਦੇ ਮਿਲਾਪ ਦੀ ਤੜਫ ਦੇ ਵਿੱਚ ਜਿਹੜੀ ਉਹ ਵੇਵਲ ਰਹਿੰਦੀ ਆ। ਪਰ ਇਸੇ ਤਰ੍ਹਾਂ ਜਿਹੜੇ ਗੁਰੂ ਦੇ ਪਿਆਰੇ ਹੁੰਦੇ ਆ, ਗੁਰੂ ਦੀ ਮਰਜ਼ਾਦਾ ਜਿਸ ਨੂੰ ਅਸੀਂ ਬੰਦਸ਼ ਆਖਦੇ ਹਾਂ, ਇਹੋ ਜਿਹੀ ਜਿਹੜੀ ਮਰਜ਼ਾਦਾ ਬੰਦਸ਼ ਹੈਗੀ ਆ ਉਸ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਉਣ ਲਈ ਹਮੇਸ਼ਾ ਬੇਬਲ ਰਹਿੰਦੇ ਆ। ਸੋ ਜਿਨ੍ਹਾਂ ਨੂੰ ਇਸ ਚੀਜ਼ ਦੀ ਸਮਝ ਆ ਜਾਂਦੀ ਹੈ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਅਤੇ ਅਸਲ ਦੇ ਵਿੱਚ ਇਹ ਜਿਹੜੀ ਮਰਜ਼ਾਦਾ ਹੈਗੀ ਆ ਮੇਰਾ ਜੀਵਨ ਸਵਾਰਨ ਵਾਸਤੇ ਨਾ ਕਿ ਵਿਗਾੜਨ ਵਾਸਤੇ ਆ। ਇਹ ਮਰਜ਼ਾਦਾ ਹੀ ਬੰਦੇ ਨੂੰ ਜਿਹੜੀ ਆ ਉਹ ਧਰਮ ਦੇ ਵਿੱਚ ਇੰਨਾ ਉੱਚਾ ਕਰ ਦਿੰਦੀ ਆ ਕਿ ਉਸ ਦੁਨੀਆ ਦੇ ਵਿੱਚ ਪਹੁੰਚਾ ਦਿੰਦੀ ਆ ਜਿਸ ਦੁਨੀਆ ਦੀ ਜਿਹੜੀ ਕਲਪਨਾ ਹੈਗੀ ਆ ਉਹ ਖਾਸ ਕਰਕੇ ਸੰਸਾਰ ਦੇ ਜਿਹੜੇ ਸਧਾਰਨ ਪ੍ਰਾਣੀ ਆ ਉਹ ਆਪਣੇ ਜੀਵਨ ਦੇ ਵਿੱਚ ਕਦੀ ਨਹੀਂ ਕਰ ਸਕਦੇ। ਸੋ ਅਗਲਾ ਕਾਰਨ ਜਿਹੜਾ ਧਰਮ ਪਰਿਵਰਤਨ ਦਾ ਉਹ ਹੁੰਦੀ ਹੈ ਮਲਕੀਅਤ। ਅਸਲ ਦੇ ਵਿੱਚ ਅਸੀਂ ਕੀ ਦੇਖਦੇ ਹਾਂ ਕਿ ਜਦੋਂ ਅਸੀਂ ਕਿਸੇ ਧਰਮ ਦੇ ਨਾਲ ਜੁੜ ਜਾਂਦੇ ਹਾਂ ਤਾਂ ਉਹਨਾਂ ਧਾਰਮਿਕ ਸਥਾਨਾਂ ਦੇ ਉੱਤੇ ਖਾਸ ਕਰਕੇ ਜਦੋਂ ਸਾਨੂੰ ਕੋਈ ਸੇਵਾ ਦਾ ਅਹੁਦਾ ਮਿਲ ਜਾਂਦਾ ਹੈਗਾ ਅਤੇ ਅਸੀਂ ਫਿਰ ਕੀ ਕਰਦੇ ਹਾਂ ਕਿ ਉਸ ਧਰਮ ਅਸਥਾਨ ਨੂੰ ਆਪਣੀ ਮਲਕੀਅਤ ਸਮਝ ਲੈਂਦੇ ਹਾਂ ਅਤੇ ਅਸੀਂ ਜਾਣੀ ਉਸ ਧਰਮ ਅਸਥਾਨ ਦੇ ਉੱਤੇ ਜਾ ਕੇ ਫਿਰ ਆਪਣਾ ਹੁਕਮ ਚਲਾਉਣਾ ਸ਼ੁਰੂ ਕਰ ਦਿੰਦੇ ਹਾਂ। ਅਸਲ ਦੇ ਵਿੱਚ ਕੀ ਹੁੰਦਾ ਕਿ ਜਿਹੜੇ ਧਰਮ ਦੇ ਸਥਾਨ ਹੁੰਦੇ ਆ ਉਹਨਾਂ ਸਥਾਨਾਂ ਉੱਤੇ ਰਹਿਣ ਵਾਲੇ ਜਿਹੜੇ ਗੁਰਮੁਖ ਪਿਆਰੇ ਹੁੰਦੇ ਆ ਉਹ ਆਪਣੇ ਆਪ ਨੂੰ ਜਦ ਤੱਕ ਸੇਵਾਦਾਰ ਨਾ ਸਮਝਣ ਤਦ ਤੱਕ ਇਹ ਜਿਹੜੇ ਧਰਮ ਸਥਾਨ ਹੈਗੇ ਆ ਇਹ ਸੰਗਤ ਦੀ ਨਜ਼ਰ ਤੋਂ ਉਹਨੇ ਦੂਰ ਰਹਿੰਦੇ ਆ, ਜਿਸ ਦੇ ਨਾਲ ਇਹ ਜਿਹੜੇ ਧਰਮ ਸਥਾਨ ਵਾ ਇਹਨਾਂ ਦੀ ਜਿਹੜੀ ਸ਼ੋਭਾ ਹੈਗੀ ਆ ਉਹ ਬਹੁਤ ਜ਼ਿਆਦਾ ਘਟ ਜਾਂਦੀ ਆ।
ਖਾਸ ਕਰਕੇ ਅਸੀਂ ਦੇਖਦੇ ਹਾਂ ਕਿ ਫਰਜ਼ ਕਰੋ ਕੋਈ ਕਮੇਟੀ ਦਾ ਮੈਂਬਰ ਬਣ ਗਿਆ ਹੈ, ਕਮੇਟੀ ਦਾ ਜਦ ਮੈਂਬਰ ਉਸ ਧਾਰਮਿਕ ਸਥਾਨ 'ਤੇ ਜਾਂਦਾ ਹੈ, ਉਹ ਆਪਣੇ ਆਪ ਨੂੰ ਸੇਵਾਦਾਰ ਨਹੀਂ ਸਮਝਦਾ, ਕੇਵਲ ਅਤੇ ਕੇਵਲ ਉਹ ਉਸ ਧਰਮ ਦਾ ਆਪਣੇ ਆਪ ਨੂੰ ਮਾਲਕ ਸਮਝਦਾ ਹੈ। ਜਿਵੇਂ ਕਹਿ ਲਓ ਕਿ ਅੱਜ ਕੱਲ੍ਹ ਦੇ ਜਿਹੜੇ ਮਹੰਤ ਹੁੰਦੇ, ਜਿਹੜੇ ਆਪਣੇ ਆਪ ਨੂੰ ਮੁੱਖ ਸੇਵਾਦਾਰ ਕਹਾਉਂਦੇ ਆ, ਉਹ ਆਪਣੇ ਆਪ ਦੇ ਵਿੱਚ ਚਾਹੇ ਜਿੰਨਾ ਮਰਜ਼ੀ ਸੰਸਾਰੀ ਨਾਟਕੀ ਤੌਰ ਦੇ ਉੱਤੇ ਦੁਨੀਆ ਮੂਹਰੇ ਹੱਥ ਜੋੜਨ, ਪਰ ਅਸਲ ਦੇ ਵਿੱਚ ਕੀ ਹੁੰਦਾ ਕਿ ਜਦੋਂ ਅਸੀਂ ਉਹਨਾਂ ਦਾ ਵਰਤਾਰਾ ਦੇਖਦੇ ਹਾਂ, ਉਸ ਵਰਤਾਰੇ ਦੇ ਵਿੱਚ ਉਹ ਆਪਣੇ ਆਪ ਨੂੰ ਉਸ ਧਾਰਮਿਕ ਸਥਾਨ ਦੇ ਮਾਲਕ ਜਿਹੜੇ ਆ ਉਹ ਹੀ ਆਪਣੇ ਆਪ ਨੂੰ ਦਿਖਾਲਦੇ ਆ। ਸੇਵਾਦਾਰ ਦੀ ਜਿਹੜੀ ਭਾਵਨਾ ਦੀ ਇੱਕ ਵੀ ਕਣੀ ਉਹਨਾਂ ਦੇ ਵਿੱਚ ਨਜ਼ਰ ਨਹੀਂ ਆਉਂਦੀ। ਇਸ ਕਰਕੇ ਜਿਹੜੇ ਖਾਸ ਕਰਕੇ ਗਰੀਬ ਵਰਗ ਦੇ ਲੋਕੀ ਹੁੰਦੇ ਆ, ਉਹ ਫਿਰ ਜਦ ਦੇਖਦੇ ਆ ਕਿ ਇਹੋ ਜਿਹੇ ਲੋਕੀ ਜਿਹੜੇ ਧਾਰਮਿਕ ਸਥਾਨਾਂ ਦੇ ਉੱਤੇ ਤੈਨਾਤ ਰਹਿੰਦੇ ਆ, ਸੋ ਇਹੋ ਜਿਹੇ ਜਿਹੜੇ ਆਪਣੇ ਆਪ ਨੂੰ ਮਾਲਕ ਸਮਝਦੇ ਆ, ਅਤੇ ਉਹ ਜਿਹੜੇ ਮਾਲਕ ਹੋਣ ਤੋਂ ਬਾਅਦ ਆਪਣੀ ਜਿਹੜੇ ਮਾਲਕੀ ਦਾ ਜਿਹੜਾ ਰੋਹਬ ਆ ਦੂਸਰੇ ਉੱਤੇ ਝਾੜਦੇ। ਇਸ ਕਰਕੇ ਇਹ ਜਿਹੜੇ ਖਾਸ ਕਰਕੇ ਲੋਅਰ ਕਲਾਸ ਦੇ ਲੋਕੀ ਹੁੰਦੇ ਆ, ਉਹ ਇਸ ਕਰਕੇ ਉਸ ਧਰਮ ਨੂੰ ਤਿਲਾਂਜਲੀ ਦੇ ਕੇ ਉਹ ਧਰਮ ਨੂੰ ਲੱਭਣ ਦੀ ਕੋਸ਼ਿਸ਼ ਕਰਦੇ, ਜਿਸ ਧਰਮ ਦੇ ਵਿੱਚ ਉਹਨਾਂ ਨੂੰ ਜਿਹੜੇ ਆ ਇਹੋ ਜਿਹੇ ਧੱਕੇ, ਇਹੋ ਜਿਹੇ ਰੋਹਬ ਜਿਹੜੇ ਸਹਿਣੇ ਨਾ ਪੈਣ ਅਤੇ ਉਹਨਾਂ ਨੂੰ ਮੋਹਰਲੀ ਕਤਾਰ ਦੇ ਵਿੱਚ ਬਿਠਾਇਆ ਜਾਵੇ। ਇਸ ਕਰਕੇ ਇਹੋ ਜਿਹੇ ਲੋਕੀ ਜਿਹੜੇ ਆ ਉਹ ਆਪਣਾ ਧਰਮ ਪਰਿਵਰਤਨ ਕਰਨ ਦੇ ਵਿੱਚ ਮਜਬੂਰ ਹੋ ਜਾਂਦੇ ਆ। ਅਤੇ ਅਗਲਾ ਕਿਹੜਾ ਕਾਰਨ ਹੁੰਦਾ, ਉਹ ਹੁੰਦਾ ਹੈ ਹਉਮੈ ਦਾ ਵਰਤਾਰਾ। ਖਾਸ ਕਰਕੇ ਅਸੀਂ ਦੇਖਦੇ ਹਾਂ ਕਿ ਧਰਮ ਦੀ ਜਿਹੜੀ ਦੁਨੀਆ ਦੇ ਅੰਦਰ ਜਿਹੜੇ ਧਰਮ ਦੇ ਉੱਚ ਅਧਿਕਾਰੀ ਹੁੰਦੇ ਆ, ਉਹਨਾਂ ਦੀ ਜਿਹੜੀ ਹਉਮੈ ਹੁੰਦੀ ਆ ਉਹ ਸਿਖਰ ਅਸਮਾਨ ਦੇ ਵਿੱਚ ਹੁੰਦੀ। ਜਿਵੇਂ ਕਹਿ ਲਓ ਵੀ ਉਹਨਾਂ ਦੀ ਗੱਲਬਾਤ, ਉਹਨਾਂ ਦਾ ਵਰਤਾਰਾ ਹਰੇਕ ਕੰਮ ਦੇ ਵਿੱਚ ਮੈਂ ਤੂੰ, ਜਿਵੇਂ ਕਹਿ ਲਓ ਕਿ ਧਾਰਮਿਕ ਸਥਾਨਾਂ ਦੇ ਉੱਤੇ ਵੀ ਜਿਹੜਾ ਰੱਬ ਦਾ ਭੈ ਉਹ ਲੋਕੀ ਨਹੀਂ ਮੰਨਦੇ ਅਤੇ ਇੱਕ ਦੂਜੇ ਦੇ ਨਾਲ ਲੜਾਈ ਝਗੜੇ ਕਰਦੇ ਆ। ਜੋ ਇਹੋ ਜਿਹੇ ਕਿਰਿਆ ਨੂੰ ਖਾਸ ਕਰਕੇ ਜਦੋਂ ਕੋਈ ਗਰੀਬ ਵਰਗ ਦਾ ਜਿਹੜਾ ਵਿਅਕਤੀ ਜਦ ਤੱਕਦਾ ਹੈਗਾ ਤਾਂ ਫਿਰ ਉਹ ਇਹ ਸੋਚਦਾ ਹੈ ਕਿ ਭਾਈ ਇਹਦੇ ਨਾਲ ਤਾਂ ਫਿਰ ਘਰ ਬੈਠ ਕੇ ਹੀ ਰੱਬ ਦਾ ਨਾਂ ਲੈਣਾ ਸਭ ਤੋਂ ਉੱਚਮ ਹੈ, ਅਸੀਂ ਕੀ ਲੈਣਾ ਇਹੋ ਜਿਹੇ ਧਰਮਾਂ ਤੋਂ। ਇਸ ਕਰਕੇ ਜਿਹੜੇ ਲੋਕੀ ਹੈਗੇ ਇਹ ਧਰਮ ਤੋਂ ਫਿਰ ਸਦਾ ਵਾਸਤੇ ਦੂਰ ਹੋ ਜਾਂਦੇ ਆ। ਫਿਰ ਇਸ ਕਰਕੇ ਇਹ ਲੋਕੀ ਜਿਹੜੀ ਇੱਕ ਛੋਟੀ ਜਿਹੀ ਕਣੀ ਦੇ ਨਾਲ ਜੁੜ ਜਾਂਦੇ ਆ। ਜਿਉਂ ਕਹਿ ਲਓ ਕਿ ਇਹਨਾਂ ਲੋਕਾਂ ਦੇ ਅੰਦਰ ਫਿਰ ਕਿਸੇ ਵੀ ਧਰਮ ਦਾ ਕੋਈ ਸਤਿਕਾਰ ਨਹੀਂ ਰਹਿੰਦਾ, ਚਾਹੇ ਉਹ ਧਰਮ ਦੇ ਜਿਹੜੇ ਬੋਲ ਵਾਲੇ ਹੈਗੇ ਆ ਉਹ ਨਗਰ ਕੀਰਤਨਾਂ ਦੇ ਵਿੱਚ ਜਾਂ ਕਿਸੇ ਵੀ ਰੂਪ ਦੇ ਵਿੱਚ ਦੁਨੀਆ ਦੇ ਸਪੀਕਰਾਂ ਵਿੱਚ ਉੱਚੀ ਹੋਣ, ਪਰ ਉਹ ਜਿਹੜੇ ਲੋਕੀ ਹੈ ਆਪਣੇ ਕੰਨਾਂ ਦੇ ਵਿੱਚ ਉਂਗਲੀਆਂ ਲੈ ਕੇ ਰੱਖਦੇ ਆ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਫਿਰ ਉਹ ਮਸਤ ਹੋ ਜਾਂਦੇ ਆ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਸ ਤਰ੍ਹਾਂ ਦੇ ਇੱਕ ਨਹੀਂ ਅਨੇਕਾਂ ਕਾਰਨ ਵਾਂ ਜਿਸ ਕਰਕੇ ਆਮ ਕਰਕੇ ਲੋਕਾਂ ਦੀ ਜਿਹੜੀ ਦੌੜ ਹੈ ਧਰਮ ਪਰਿਵਰਤਨ ਵੱਲ ਅੱਜ ਕੱਲ੍ਹ ਜ਼ਿਆਦਾ ਵੱਧ ਰਹੀ ਆ। ਸੋ ਇਸ ਕਰਕੇ ਜ਼ਰੂਰੀ ਆ ਭਾਈ ਹਰੇਕ ਧਰਮ ਦਾ ਵਿਅਕਤੀ, ਚਾਹੇ ਉਹ ਕਿਸੇ ਵੀ ਧਰਮ ਨੂੰ ਬਿਲੋਂਗ ਕਰਦਾ ਹੈਗਾ, ਉਸ ਨੂੰ ਧਰਮ ਦੇ ਕੰਮਾਂ ਦੇ ਵਿੱਚ ਧਰਮ ਦੇ ਜਿਹੜੇ ਜੋ ਕਰਮ ਜਾਂ ਧਰਮ ਦੀ ਜੋ ਕਿਰਿਆ ਸਾਨੂੰ ਪੁਰਾਤਨ ਰਿਸ਼ੀਆਂ ਮੁਨੀਆਂ ਨੇ ਦਿੱਤੀ ਹੈ ਉਹਨਾਂ ਨੂੰ ਅਪਣਾਉਣ ਦੀ ਲੋੜ ਵਾ। ਅਤੇ ਇਹ ਇਕੱਲੀ ਜਿਹੜੀ ਆ ਇਹ ਉਹਨਾਂ ਦੇ ਸ਼ਬਦਾਂ ਵਿੱਚ ਨਹੀਂ ਹੋਣੀ ਚਾਹੀਦੀ, ਇਹ ਕਿਰਿਆ ਜਿਹੜੀ ਉਹਨਾਂ ਦੇ ਕਰਮ ਦੇ ਵਿੱਚੋਂ ਝਲਕਣੀ ਚਾਹੀਦੀ ਆ, ਉਹਨਾਂ ਦੇ ਕਰਮ ਦੇ ਵਿੱਚੋਂ ਦਿਖਾਈ ਦੇਣੀ ਚਾਹੀਦੀ ਹੈ। ਜਦੋਂ ਕਿਰਿਆ ਜਿਹੜੀ ਉਹਨਾਂ ਦੇ ਕਰਮ ਦੇ ਵਿੱਚੋਂ ਦਿਖਾਈ ਦੇਊਗੀ ਅਤੇ ਫਿਰ ਜਿਹੜੇ ਖਾਸ ਕਰਕੇ ਇਹੋ ਲੋਕੀ ਹੁੰਦੇ ਆ ਉਹਨਾਂ ਦੇ ਕਰਮ ਨੂੰ ਦੇਖ ਕੇ ਉਹ ਜਿਹੜੇ ਆ ਫਿਰ ਉਸ ਧਰਮ ਦੇ ਵਿੱਚ ਜ਼ਰੂਰ ਜਾ ਕੇ ਆਪਣਾ ਜਿਹੜਾ ਯੋਗਦਾਨ ਪਾਉਣਗੇ, ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਭਾਈ ਅਗਰ ਕੋਈ ਨਿਮਾਣਿਆਂ ਨੂੰ ਮਾਣ ਦੇ ਸਕਦਾ, ਨਿਤਾਣਿਆਂ ਨੂੰ ਤਾਣ ਦੇ ਸਕਦੇ, ਨਿਆਸਰਿਆਂ ਨੂੰ ਆਸਰਾ ਦੇ ਸਕਦਾ ਹੈਗਾ, ਨਿਗਤਿਆਂ ਨੂੰ ਗਤ ਦੇ ਸਕਦਾ, ਨਿਪੱਤਿਆਂ ਨੂੰ ਪੱਤ ਦੇ ਸਕਦਾ ਹੈ, ਅਤੇ ਉਹੀ ਵਿਅਕਤੀ ਦੇ ਸਕਦਾ ਹੈ ਜਿਸ ਦੀ ਕਿਰਿਆ ਦੇ ਵਿੱਚ, ਜਿਸ ਦੇ ਕੰਮਕਾਰ ਦੇ ਵਿੱਚ ਪਾਰਦਰਸ਼ੀ ਹੋਵੇ। ਔਰ ਜਿਸ ਦੇ ਕੰਮ ਦੇ ਵਿੱਚ ਪਾਰਦਰਸ਼ੀ ਨਹੀਂ ਹੈ, ਹਾਥੀ ਦੇ ਦੰਦਾਂ ਵਾਲਾ ਹਾਲ ਹੈ ਕਿ ਖਾਣ ਦੇ ਹੋਰ ਅਤੇ ਦਿਖਾਉਣ ਦੇ ਹੋਰ, ਉੱਥੋਂ ਫਿਰ ਜਿਹੜੇ ਲੋਕੀ ਹੈਗੇ ਉਹ ਭੱਜ ਜਾਂਦੇ ਆ। ਖਾਸ ਕਰਕੇ ਅਸੀਂ ਦੇਖਦੇ ਹਾਂ ਕਿ ਅੱਜ ਕੱਲ੍ਹ ਕਲਯੁੱਗ ਦੇ ਸਮੇਂ ਦੇ ਅੰਦਰ ਇੱਕ ਨਹੀਂ ਇਸ ਤਰ੍ਹਾਂ ਦੀਆਂ ਅਨੇਕਾਂ ਘਟਨਾਵਾਂ ਸਾਨੂੰ ਰੋਜ਼ ਖਬਰਾਂ ਅਖਬਾਰਾਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਕਿ ਭਾਈ ਫਲਾਨਾ ਜਿਹੜਾ ਆਦਮੀ ਸੀਗਾ ਉਹ ਧਰਮ ਦਾ ਬਹੁਤ ਵੱਡਾ ਪੈਰੋਕਾਰ ਸੀ, ਪਰ ਬਾਅਦ ਦੇ ਵਿੱਚ ਉਹ ਇਸ ਕਰਤੂਤ ਦੇ ਕਾਰਨ ਫੜਿਆ ਗਿਆ, ਅਤੇ ਜਿਸ ਕਰਕੇ ਅੱਜ ਕੱਲ੍ਹ ਜਿਹੜਾ ਹੈਗਾ ਉਹ ਸਲਾਖਾਂ ਦੇ ਪਿੱਛੇ ਹੈ। ਜਦੋਂ ਫਿਰ ਜਿਹੜੇ ਇਹ ਲੋਕੀ ਇਹੋ ਜਿਹੀਆਂ ਖਬਰਾਂ ਸੁਣਦੇ ਆ ਅਤੇ ਫਿਰ ਖਾਸ ਕਰਕੇ ਉਹ ਉਹਨਾਂ ਲੋਕਾਂ ਤੋਂ ਕੁਛ ਨਹੀਂ ਕਹਿੰਦੇ, ਔਰ ਖਾਸ ਕਰਕੇ ਉਸ ਧਰਮ ਦੇ ਪ੍ਰਤੀ ਜਿਹੜੇ ਆ ਫਿਰ ਚੁੱਪ ਕਰ ਜਾਂਦੇ ਆ। ਪਰ ਜ਼ਰੂਰੀ ਹੈ ਸਮਝਣ ਦੀ ਇਹ ਲੋੜ ਹੈ ਕਿ ਧਰਮ ਸਾਰੇ ਹੀ ਵਧੀਆ ਹੈਗੇ, ਕੋਈ ਮਾੜਾ ਨਹੀਂ। ਜਿੱਥੇ ਜਿੱਥੇ ਰੱਬ ਨੇ ਜਿਸ ਵੀ ਜੀਵ ਨੂੰ ਜਿਸ ਧਰਮ ਦੇ ਵਿੱਚ ਭੇਜਿਆ ਹੈਗਾ, ਉਸ ਧਰਮ ਦੇ ਵਿੱਚ ਰਹਿ ਕੇ ਉਹ ਜਿਹੜਾ ਵਿਅਕਤੀ ਆ ਆਪਣੇ ਜੀਵਨ ਦੇ ਅੰਦਰ ਜਾ ਕੇ ਸ਼ੁਭ ਕਰਮ ਕਰੇ, ਅਤੇ ਸ਼ੁਭ ਕਰਮ ਕਰਨ ਦੇ ਨਾਲ ਪਰਮਾਤਮਾ ਦਾ ਨਾਮ ਜਪੇ, ਤਾਂ ਫਿਰ ਉਹਦਾ ਜੀਵਨ ਜਿਹੜਾ ਉਜਲਾ ਹੋ ਸਕਦਾ ਹੈ। ਜਿਵੇਂ ਗੁਰਬਾਣੀ ਨੇ ਆਖਿਆ ਕਿ ਸਰਬ ਧਰਮ ਸ੍ਰੇਸ਼ਟ ਧਰਮ, ਹਰਿ ਕੋ ਨਾਮ ਜਪ ਨਿਰਮਲ ਕਰਮ। ਜਦੋਂ ਅਸੀਂ ਇਸ ਪੰਕਤੀ ਨੂੰ ਸਮਝ ਲਵਾਂਗੇ ਅਤੇ ਫਿਰ ਸਾਡਾ ਜਿਹੜਾ ਜੀਵਨ ਹੈਗਾ ਇੱਕ ਘਟੀਆ ਬਿਰਤੀ ਤੋਂ, ਜਿਵੇਂ ਕਹਿ ਲਓ ਕਿ ਜਿਹੜੀ ਲੋਕਾਂ ਦੀ ਨਜ਼ਰ ਦੇ ਵਿੱਚ ਹੁੰਦੀ ਹੈ, ਉਹਦੇ ਵਿੱਚੋਂ ਫਿਰ ਉੱਚਾ ਹੋ ਜਾਂਦਾ। ਅਤੇ ਇਸ ਉੱਚੀ ਬਿਰਤੀ ਨੂੰ ਜਿਵੇਂ ਗੁਰਬਾਣੀ ਨੇ ਆਖਿਆ ਹੈ ਕਿ ਐਸੀ ਲਾਲ ਤੁਧ ਬਿਨ ਕੌਣ ਕਰੇ, ਗਰੀਬ ਨਵਾਜ ਗਸਈਆਂ ਮੇਰਾ
ਮਾਥੇ ਛਤਰ ਧਰੇ, ਤੇ ਉਹਦੇ ਫਿਰ ਮੱਥੇ ਦੇ ਉੱਤੇ ਜਿਹੜਾ ਹੈ ਨਾ ਪਰਮਾਤਮਾ ਜਿਹੜਾ ਹੈਗਾ ਉਹ ਛਤਰ ਧਰ ਦਿੰਦਾ ਹੈਗਾ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਇੱਕ ਮਨੁੱਖਾ ਜਨਮ ਦੇ ਵਿੱਚ ਅਗਰ ਅਸੀਂ ਧਰਮ ਦੇ ਕਾਨੂੰਨਾਂ ਦੀ ਸਹੀ ਵਰਤੋਂ ਕਰੀਏ, ਅਗਰ ਅਸੀਂ ਸਹੀ ਵਰਤੋਂ ਕਰਾਂਗੇ, ਉਹਨਾਂ ਕਾਨੂੰਨਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਾਂਗੇ ਤੇ ਇਸ ਕਾਨੂੰਨਾਂ ਉੱਤੇ ਚੱਲਾਂਗੇ, ਫਿਰ ਸਾਡਾ ਜਿਹੜਾ ਜੀਵਨ ਹੈਗਾ ਇੱਕ ਸਧਾਰਨ ਆਦਮੀ ਤੋਂ ਦੇਵਤਾ ਬਣ ਸਕਦਾ ਹੈ। ਅਗਰ ਉਹਨਾਂ ਕਾਨੂੰਨਾਂ ਦੇ ਵਿੱਚ ਰਹਿ ਕੇ ਆਪ ਹੀ ਉਹਨਾਂ ਕਾਨੂੰਨਾਂ ਦੀ ਦੁਰਵਰਤੋਂ ਕਰਾਂਗੇ ਤੇ ਫਿਰ ਭਾਈ ਇਹੋ ਜਿਹੜਾ ਸਧਾਰਨ ਜੀਵਨ ਹੈਗਾ ਇੱਕ ਸਧਾਰਨ ਜੀਵਨ ਤੋਂ ਫਿਰ ਦੈਂਤ ਬਣ ਸਕਦਾ ਹੈਗਾ। ਇਹ ਫੈਸਲਾ ਜਿਹੜਾ ਹੈ ਨਾ ਹਰੇਕ ਆਦਮੀ ਦੇ ਆਪਣੇ ਹੱਥ ਦੇ ਵਿੱਚ ਹੁੰਦਾ ਹੈਗਾ। ਇਸ ਕਰਕੇ ਭਾਈ ਧਰਮ ਪਰਿਵਰਤਨ ਕਰਨ ਦੀ ਕੋਈ ਲੋੜ ਨਹੀਂ, ਲੋੜ ਹੈ ਅਸੂਲਾਂ ਦੇ ਉੱਤੇ ਪਹਿਰਾ ਦੇਣ ਦੀ। ਔਰ ਜਿਹੜੇ ਆਦਮੀ ਅਸੂਲਾਂ 'ਤੇ ਪਹਿਰਾ ਦਿੰਦੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਧਰਮ ਜਿਹੜਾ ਹੈ ਨਾ ਉਹ ਹਰੇਕ ਕਿਸੇ ਦੀ ਕੁਰਬਾਨੀ ਮੰਗਦਾ ਹੈਗਾ, ਕਿਉਂਕਿ ਇਹ ਜਿਹੜੀ ਕੁਰਬਾਨੀ ਹੈਗੀ ਆ ਉਹ ਕੇਵਲ ਉਹੀ ਲੋਕੀ ਦੇ ਸਕਦੇ ਆ ਜਿਹੜੇ ਲੋਭ ਤੋਂ ਉੱਪਰ ਉੱਠ ਜਾਣ। ਪਰ ਜਿਨ੍ਹਾਂ ਨੇ ਲੋਭ ਨੂੰ ਹੀ ਆਪਣਾ ਦੇਵਤਾ ਮੰਨ ਲਿਆ, ਆਪਣਾ ਭਗਵਾਨ ਮੰਨ ਲਿਆ, ਜਿਵੇਂ ਕਹਿ ਲਓ ਕਿ ਮਾਇਆ ਪੈਸੇ ਨੂੰ ਹੀ ਆਪਣਾ ਭਗਵਾਨ ਮੰਨ ਲਿਆ ਹੈਗਾ, ਇਹੋ ਜਿਹੇ ਲੋਕੀ ਜੇ ਅਗਰ ਧਰਮ ਪਰਿਵਰਤਨ ਕਰ ਵੀ ਲੈਣ ਤਾਂ ਫਿਰ ਭਾਈ ਇਹਨਾਂ ਦੇ ਪਰਿਵਰਤਨ ਕਰਨ ਦੇ ਨਾਲ ਜਿਹੜਾ ਛੱਡਿਆ ਹੋਇਆ ਧਰਮ ਉਹ 'ਤੇ ਕੋਈ ਅਸਰ ਨਹੀਂ ਹੁੰਦਾ। ਪਰ ਇੱਕ ਜ਼ਰੂਰ ਆ ਕਿ ਜਿਸ ਧਰਮ ਦੇ ਵਿੱਚ ਇਹ ਲੋਕੀ ਜਾਂਦੇ ਆ, ਚਾਹੇ ਉਹ ਧਰਮ ਦੇ ਜਿਹੜੇ ਆਦਮੀ ਆ ਉਹ ਖੁਸ਼ ਹੋ ਜਾਂਦੇ ਵੀ ਸਾਡੇ ਧਰਮ ਦੀ ਗਿਣਤੀ ਵੱਧਦੀ ਆ। ਅਸਲ ਦੇ ਵਿੱਚ ਕੀ ਹੁੰਦਾ ਕਿ ਇਹੋ ਜਿਹੜੇ ਧਰਮ ਦੇ ਲੋਕੀ ਹੁੰਦੇ ਆ ਉਹ ਅੰਮ੍ਰਿਤ ਨਹੀਂ ਜ਼ਹਿਰ ਇਕੱਠਾ ਕਰ ਰਹੇ ਹੁੰਦੇ ਆ। ਚਾਹੇ ਉਹਨਾਂ ਦੀ ਜਿਹੜੀ ਅਗਲੀ ਮਨਸਾ ਚਾਹੇ ਇਹ ਵੀ ਹੋਵੇ, ਇਹ ਜਿਹੜੇ ਲੋਕੀ ਅਗਰ ਸਾਡੇ 'ਚ ਆ ਜਾਏ ਤਾਂ ਇਹਨਾਂ ਦੀ ਜਿਹੜੀ ਆਉਣ ਵਾਲੀ ਪਨੀਰੀ ਆ ਉਹ ਸਾਡੇ ਧਰਮ ਦੇ ਵਿੱਚ ਸ਼ਾਮਲ ਹੋ ਜਾਊਗੀ। ਪਰ ਇਸ ਤਰ੍ਹਾਂ ਦਾ ਕੋਈ ਨਹੀਂ ਹੁੰਦਾ। ਇਹ ਉਹਨਾਂ ਦਾ ਇੱਕ ਧੋਖਾ ਹੈ ਸੋਚਣ ਦਾ। ਜਿਹੜੀ ਸੋਚ ਆ ਨਾ ਉਹ ਧਰਮ ਦੇ ਵਿੱਚ ਨਹੀਂ ਚੱਲਦੀ, ਸੰਸਾਰ ਦੇ ਵਿੱਚ ਚੱਲ ਜਾਂਦੀ ਆ। ਜਿਵੇਂ ਧਰਮ ਦੇ ਅੰਦਰ ਇਹ ਹੈ ਕਿ ਜਿਵੇਂ ਹਰਨਾਕਸ਼ ਹੋਇਆ ਹੈ, ਹਰਨਾਕਸ਼ ਦੈਂਤ ਹੋਇਆ ਹੈਗਾ, ਲੇਕਿਨ ਹਰਨਾਕਸ਼ ਦੈਂਤ ਦੇ ਘਰ ਦੇ ਵਿੱਚ ਭਗਤ ਪ੍ਰਹਲਾਦ ਵੀ ਪੈਦਾ ਹੋ ਗਿਆ ਹੈਗਾ। ਸੋ ਇਸ ਕਰਕੇ ਇਹ ਜਦੋਂ ਧਰਮ ਦੀ ਜਿਹੜੀ ਆ ਉਹ ਸਹੀ ਢੰਗ ਦੇ ਨਾਲ ਵਰਤੋਂ ਹੁੰਦੀ ਆ ਤੇ ਫਿਰ ਇੱਥੇ ਜਿਹੜੇ ਕਾਨੂੰਨ ਆ ਬਦਲ ਜਾਂਦੇ ਆ। ਜਿਵੇਂ ਭਾਈ ਗੁਰਦਾਸ ਜੀ ਨੇ ਆਖਿਆ ਕਿ ਘਰ ਹਰਨਾਕਸ਼ ਦੈਂਤ ਦੇ ਕੱਲਰ ਕਮਲ ਭਗਤ ਪ੍ਰਹਲਾਦ। ਸੋ ਉਸ ਚਾਹੇ ਕੱਲਰ ਜ਼ਮੀਨ ਦੇ ਵਿੱਚ ਵੀ ਜਿਹੜਾ ਕਮਲ ਰੂਪੀ ਫੁੱਲ ਉਹ ਭਗਤ ਪ੍ਰਹਲਾਦ ਵਾਂਗੂ ਪੈਦਾ ਹੋ ਜਾਂਦਾ ਹੈਗਾ। ਸੋ ਕਹਿਣ ਤੋਂ ਭਾਵ ਇਹ ਆ ਕਿ ਭਾਈ ਆਪਣੇ ਆਪ ਨੂੰ ਸਮਝਣ ਦੀ ਲੋੜ ਆ। ਅਗਰ ਅਸੀਂ ਇਸ ਦੌੜ ਦੇ ਵਿੱਚ ਰਹੇ ਹਾਂ, ਅੱਜ ਇੱਕ ਧਰਮ ਨੂੰ ਛੱਡ ਕੇ ਦੂਸਰੇ 'ਚ ਗਏ ਹਾਂ ਔਰ ਭੜ ਕੇ ਅਸੀਂ ਉਸ ਨੂੰ ਛੱਡ ਕੇ ਫਿਰ ਤੀਸਰੇ 'ਚ ਜਾਵਾਂਗੇ, ਤੀਸਰੇ ਨੂੰ ਛੱਡ ਕੇ ਚੌਥੇ ਜਾਵਾਂਗੇ, ਇਸ ਤਰ੍ਹਾਂ ਧਰਮ ਪਰਿਵਰਤਨ ਕਰਦੇ ਕਰਦੇ ਫਿਰ ਇੱਕ ਦਿਨ ਉਹ ਵੀ ਆ ਜਾਊਗਾ ਕਿ ਜਦੋਂ ਸਾਡੀ ਸਾਰੀ ਉਮਰ ਜਿਹੜੀ ਆ ਉਹ ਲੰਘ ਜਾਊਗੀ ਇਹਨਾਂ ਪਰਿਵਰਤਨਾਂ ਦੇ ਵਿੱਚ, ਤੇ ਫਿਰ ਭਾਈ ਸਾਡਾ ਲੋਕ ਅਤੇ ਪਰਲੋਕ ਦੋਨੇ ਜਿਹੜੇ ਆ ਉਹ ਸਾਡੇ ਹੱਥੋਂ ਨਿਕਲ ਜਾਣਗੇ। ਕਿਉਂਕਿ ਅਸੀਂ ਸਾਰੀ ਜਿਹੜੀ ਜ਼ਿੰਦਗੀ ਹੈਗੀ ਉਹ ਦੌੜ ਦੇ ਵਿੱਚ ਲੰਘਾਤੀ ਆ। ਜਿਵੇਂ ਇੱਕ ਜਿਹੜਾ ਮਿਰਗ ਹੈਗਾ ਜਦ ਨੂੰ ਪਿਆਸ ਲੱਗਦੀ ਆ, ਪਰ ਰੇਗਿਸਤਾਨ ਦੇ ਵਿੱਚ ਜਾ ਕੇ ਜਦੋਂ ਉਹ ਮਿਰਗ ਤ੍ਰਿਸ਼ਨਾ ਦੇ ਲਪੇਟੇ ਦੇ ਵਿੱਚ ਆ ਜਾਂਦਾ ਹੈਗਾ ਤਾਂ ਉਸ ਮਿਰਗ ਤ੍ਰਿਸ਼ਨਾ ਦੇ ਲਪੇਟੇ ਵਿੱਚ ਆ ਕੇ ਉਹ ਚਮਕਦੀ ਰੇਤਾਂ ਨੂੰ ਪਾਣੀ ਸਮਝਦਾ ਹੈਗਾ ਤੇ ਉਹਦੇ ਪਿੱਛੇ ਭੱਜਦਾ ਰਹਿੰਦਾ ਹੈਗਾ। ਅਖੀਰ ਨਾ ਉਹਨੂੰ ਪਾਣੀ ਮਿਲਦਾ ਹੈ ਤੇ ਨਾ ਉਹਦੀ ਪਿਆਸ ਬੁੱਝਦੀ ਹੈ ਤੇ ਉਹਦੇ ਵਿੱਚ ਵੀ ਉਹ ਦਮ ਤੋੜ ਕੇ ਚਲਾ ਜਾਂਦਾ। ਇਸੇ ਤਰ੍ਹਾਂ ਜਿਹੜਾ ਇਹ ਹਾਲ ਉਹਨਾਂ ਲੋਕਾਂ ਦਾ ਹੁੰਦਾ ਹੈਗਾ ਜਿਹੜੇ ਅੱਜ ਆਪਣੇ ਆਪ ਨੂੰ ਧਰਮ ਪਰਿਵਰਤਨ ਕਰਨ ਦੇ ਵਿੱਚ ਬੜੀ ਖੁਸ਼ੀ ਮਹਿਸੂਸ ਕਰਦੇ ਆ, ਪਰ ਅਸਲ ਦੇ ਵਿੱਚ ਉਹ ਇਹ ਨਹੀਂ ਜਾਣਦੇ ਕਿ ਉਹ ਆਪਣੇ ਪੈਰਾਂ 'ਤੇ ਆਪ ਹੀ ਕੁਹਾੜਾ ਮਾਰ ਰਹੇ ਆ। ਜਿਸ ਨੂੰ ਗੁਰਬਾਣੀ ਨੇ ਆਖਿਆ ਹੈ, ਦੀਨ ਗਵਾਇਆ ਦੁਨੀ ਸੋ ਦੁਨੀ ਨਾ ਚਾਲੀ ਸਾਥ, ਪਾਉ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਸੋ ਦਾਸ ਇੰਨੇ ਹੀ ਬਚਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾ ਚੁੱਕਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।